ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਇੱਥੇ ਰਹੋ ਚਾਹੇ ਫੈਸਲਾਬਾਦ। ਤੇ ਵੈਲਕਮ ਬੈਕ ਟੂ ਦਾ ਚੈਨਲ ਟਰੂਥ ਬਿਹਾਈਂਡ ਦਾ ਰੀਜ਼ਨਸ। ਤੇ ਅੱਜ ਆਪਣਾ ਪੋਡਕਾਸਟ ਦਾ ਐਪੀਸੋਡ ਨੰਬਰ 4 ਭਾਗ 4 ਜਿਹਦੇ ਵਿੱਚ ਆਪਾਂ ਆ ਗਏ ਹਾਂ। ਅਤੇ ਪਿਛਲੇ 3 ਐਪੀਸੋਡ ਦੇ ਵਿੱਚ ਤੁਸੀਂ ਬਹੁਤ ਵਧੀਆ ਰਿਸਪੌਂਸ ਦਿੱਤਾ ਅਤੇ ਅੱਜ ਆਪਾਂ ਚੌਥੇ ਐਪੀਸੋਡ ਵਿੱਚ ਆ ਗਏ ਹਾਂ। ਤੁਹਾਡੀ ਦੁਆਵਾਂ, ਤੁਹਾਡੇ ਸਾਥ ਦੇ ਸਦਕੇ ਅਤੇ ਇੰਝ ਹੀ ਹੋਰ ਮਿਹਨਤ ਕਰਾਂਗੇ ਅਤੇ ਅੱਗੇ ਹੋਰ ਇਹੋ ਜਿਹੀਆਂ ਕਹਾਣੀਆਂ ਹੱਡ ਬੀਤੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ, ਜਿਵੇਂ ਕਿ ਅਸੀਂ ਹੱਡ ਬੀਤੀਆਂ ਅਤੇ ਜੋ ਵੀ ਅੱਜ ਕੱਲ੍ਹ ਆਪਣੇ ਸਮਾਜ 'ਚ ਬੀਤ ਰਿਹਾ ਉਹ ਗੱਲਾਂ ਆਪਣੇ ਪੇਜ ਅੰਮ੍ਰਿਤਾ ਪ੍ਰੀਤਮ ਦੀ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਤੁਹਾਨੂੰ ਦੱਸਿਆ, ਅਤੇ ਜੋ ਤੁਸੀਂ ਹੁਣ ਵੀ ਬਹੁਤ ਪਸੰਦ ਕਰਦੇ ਹੋ। ਅਤੇ ਆ ਜਾਓ ਸ਼ੁਰੂ ਕਰੀਏ ਪੋਡਕਾਸਟ ਐਪੀਸੋਡ ਨੰਬਰ 4। ਵਧੀਆ ਤੁਸੀਂ ਦੱਸੋ ਜੀ? ਬਹੁਤ ਵਧੀਆ ਜੀ, ਹੋਰ ਦੱਸੋ? ਵਧੀਆ ਜੀ, ਹੋਰ ਕੀ ਕੰਮ ਕਰਦੇ? ਬਸ ਵਿਹਲੇ ਫਿਲਹਾਲ ਤਾਂ ਜੀ, ਤੁਸੀਂ ਦੱਸੋ ਹੋਰ? ਬਸ ਭਾਜੀ ਮੈਂ ਵੀ ਆਪਣੀ ਕਹਾਣੀ ਡਿਸਕਸ ਕਰਨੀ ਸੀ ਤੁਹਾਡੇ ਨਾਲ। ਜ਼ਰੂਰ ਜ਼ਰੂਰ ਜੀ। ਹਾਂਜੀ ਭਾਜੀ, ਮੈਂ ਕਿਹਾ ਜ਼ਰੂਰ ਜੀ, ਕਰੋ। ਭਾਜੀ ਮੈਂ ਨਾ ਇੱਕ ਕੁੜੀ ਨਾਲ ਮਿਲਿਆ ਸੀਗਾ 3 ਸਾਲ ਪਹਿਲਾਂ। ਭਾਜੀ ਥੋੜ੍ਹਾ ਲਾਊਡ ਬੋਲਿਓ। ਲਾਊਡ ਜੀ? ਹਾਂ ਥੋੜ੍ਹਾ ਜਿਹਾ ਹੋਰ, ਕਿਉਂਕਿ ਥੋੜ੍ਹਾ ਜਿਹਾ ਐਂ ਲੱਗਦਾ ਵੀ ਆਵਾਜ਼ ਘੱਟ ਆ। ਥੋੜ੍ਹਾ ਜਿਹਾ ਲਾਊਡ ਬੋਲੋਗੇ ਥੋੜ੍ਹਾ ਸਾਫ਼ ਜਿਹਾ ਸੁਣੂਗਾ ਨਾ। ਓਕੇ ਜੀ। ਮੈਂ ਭਾਜੀ ਪਿਛਲੇ 3 ਸਾਲ ਦੇ ਕੁੜੀ ਨਾਲ ਰਿਲੇਸ਼ਨਸ਼ਿਪ ਸੀਗਾ। ਅੱਛਾ ਜੀ। ਅਸੀਂ ਦੋਨੋਂ ਮਤਲਬ ਵਧੀਆ ਸੀ, ਚੱਲਦਾ ਸਾਡਾ ਸਭ ਕੁਛ। ਅੱਛਾ ਜੀ। ਪਿਛਲੇ ਸਾਲ ਉਹ ਕੁੜੀ ਆਸਟ੍ਰੇਲੀਆ ਚਲੀ ਗਈ। ਅੱਛਾ ਜੀ। ਉਹਨੇ ਮੇਰੇ ਨਾਲ ਆਇਲਸ ਕੀਤੀ ਸੀ ਤੇ ਆਇਲਸ ਦੇ ਪੇਟੀ ਦੋਨਾਂ ਨੇ ਇਕੱਠੀ ਕੀਤੀ ਸੀ। ਉਹਦਾ ਜਿੰਨਾ ਵੀ ਖਰਚਾ ਸੀਗਾ ਸਾਰਾ ਕੁਛ ਮੈਂ ਚੁੱਕਿਆ ਸੀ। ਅੱਛਾ ਜੀ। ਉਹਦੇ ਐਗਜ਼ਾਮ ਦੀ ਫੀਸ, ਉਹਦੀ ਕੋਚਿੰਗ ਦੀ ਫੀਸ, ਜੋ ਕੁਛ ਵੀ ਸੀ ਸਭ ਕੁਛ ਮੈਂ ਦਿੱਤਾ। ਅੱਛਾ ਜੀ। ਤੇ ਉਹ ਪਿਛਲੇ ਸਾਲ ਆਸਟ੍ਰੇਲੀਆ ਗਈ ਸਟੱਡੀ ਲਈ, ਤੇ ਉਹ ਮੈਨੂੰ ਬਿਨਾਂ ਮਿਲੇ ਚਲੀ ਗਈ। ਅੱਛਾ ਜੀ। ਤੇ ਉਹਨੇ ਆਸਟ੍ਰੇਲੀਆ ਜਾ ਕੇ ਮੈਨੂੰ ਦੱਸਿਆ ਵੀ ਕਹਿੰਦੀ ਮੈਂ ਕੈਲੀਫੋਰਨੀਆ। ਮੈਂ ਉਹਦੇ ਪਾਪਾ ਨੂੰ ਪੁੱਛਿਆ ਤਾਂ ਉਹ ਕਹਿੰਦੇ ਵੀ ਮੈਲਬਰਨ 'ਚ ਆਓ। ਅੱਛਾ ਜੀ। ਤੇ 1 ਹਫ਼ਤੇ ਬਾਅਦ ਉਹਦੀ ਮੈਨੂੰ ਕਾਲ ਆਈ। ਅੱਛਾ ਜੀ। ਤਾਂ ਉਹਨੇ ਮੈਨੂੰ ਦੱਸਿਆ ਵੀ ਮੈਂ ਉਹਨੂੰ ਪੁੱਛਿਆ ਵੀ ਤੂੰ ਮੈਨੂੰ ਬਿਨਾਂ ਮਿਲੇ ਹੀ ਚਲੇ ਗਈ। ਕਹਿੰਦੀ ਅਚਾਨਕ ਹੋ ਗਿਆ ਸਭ ਕੁਛ, ਤਾਂ ਪਤਾ ਨਹੀਂ ਲੱਗਿਆ ਵੀ ਮੈਂ ਮੇਰੀ ਫੈਮਿਲੀ ਦੇ ਮੈਂਬਰ ਨੂੰ ਵੀ ਮਿਲ ਕੇ ਆਈ। ਅੱਛਾ ਜੀ। ਤਾਂ ਭਾਜੀ ਮੈਂ ਮੰਨ ਲਿਆ। ਉਸ ਤੋਂ ਬਾਅਦ ਉਹਦੇ ਨਾਲ ਰੈਗੂਲਰਲੀ ਥੋੜ੍ਹੀ ਗੱਲ ਹੁੰਦੀ ਸੀ। ਜ਼ਿਆਦਾ ਟਾਈਮ ਤਾਂ ਨਹੀਂ ਕਰਦੀ ਸੀ, ਬਟ ਕਰਦੀ ਸੀ ਉਹ ਥੋੜਾ ਟਾਈਮ। ਅੱਛਾ ਜੀ। 1 ਮਹੀਨੇ ਕੀਤੀ ਗੱਲ ਉਹਨੇ। 1 ਮਹੀਨੇ ਬਾਅਦ ਉਹਨੇ ਪੈਸੇ ਦੀ ਡਿਮਾਂਡ ਰੱਖ ਲਈ ਭਾਜੀ। ਅੱਛਾ ਜੀ। ਕਹਿੰਦੀ ਮੈਨੂੰ ਪੈਸੇ ਚਾਹੀਦੇ ਨੇ ਵੀ ਮੈਂ ਰੈਂਟ ਵਗੈਰਾ ਤੇ ਆਪਣਾ ਕਰਨਾ, ਕਿਉਂਕਿ ਮੈਂ ਮੇਰੇ ਜੋਬ। ਅੱਛਾ ਜੀ। ਤਾਂ ਭਾਜੀ ਮੈਂ ਉਹਦੀ ਗੱਲ ਮੰਨ ਲਈ ਤੇ ਮੈਂ ਉਹਦੇ ਪਾਪਾ ਨੂੰ ਪੈਸੇ ਦੇ ਆਇਆ ਜਾ ਕੇ। ਅੱਛਾ ਜੀ। ਮੈਂ ਕਿਹਾ ਚਲੋ ਕੋਈ ਨਹੀਂ, ਘਰ 'ਚ ਹੀ ਨੇ ਪੈਸੇ, ਵਾਪਿਸ ਆ ਜਾਣਗੇ। ਹਾਂਜੀ। ਉਸ ਤੋਂ ਬਾਅਦ ਫਿਰ ਉਹਨੇ 1 ਮਹੀਨੇ ਐਵੇਂ ਗੱਲ ਕੀਤੀ। ਅੱਛਾ ਇੱਕ ਗੱਲ ਮੈਂ ਤੁਹਾਨੂੰ ਇੱਥੇ ਰੋਕ ਕੇ ਨਾ ਪੁੱਛਦਾ, ਉਹਨਾਂ ਦੇ ਫੈਮਿਲੀ ਨੂੰ ਇਹ ਪਤਾ ਸੀ ਵੀ ਤੁਹਾਡੇ ਨਾਲ ਵੀ ਇੰਨੇ ਰਿਲੇਸ਼ਨਸ਼ਿਪ ਹੈਗਾ ਆ ਜਾਂ ਨਹੀਂ? ਨਹੀਂ, ਰਿਲੇਸ਼ਨਸ਼ਿਪ ਤਾਂ ਨਹੀਂ ਸੀਗੀ, ਫਰੈਂਡਸ਼ਿਪ ਤਾਂ ਪਤਾ ਸੀ, ਦੋਸਤੀ ਤਾਂ ਸੀਗੀ। ਅੱਛਾ ਜੀ। ਠੀਕ ਆ। ਰਿਲੇਸ਼ਨਸ਼ਿਪ ਬਾਰੇ ਕੁਛ ਨਹੀਂ ਪਤਾ ਸੀਗਾ। ਅੱਛਾ ਜੀ। ਤੇ ਉਹਦੀ ਫੈਮਿਲੀ, ਉਹਦੇ ਪਾਪਾ ਨਾਲ ਮੇਰੀ ਗੱਲਬਾਤ ਐਨ ਹੁੰਦੀ ਸੀਗੀ, ਕੋਈ ਗੱਲ ਨਹੀਂ ਸੀ। ਉਹਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸ ਦੋ ਬਾਰੇ ਕੁਛ ਸੀ। ਜਿਸ ਦਿਨ ਉਹ ਗਈ ਸੀ ਤਾਂ ਆਪਾਂ ਨੇ ਵੀ ਕੁਛ ਹੋਰ ਹੀ ਰੋਕਿਆ ਜੀ, ਕਿਉਂਕਿ ਹਰੇਕ ਬੰਦੇ ਦਾ ਆਪਣਾ ਡਰੀਮ ਹੁੰਦਾ ਤਾਂ ਪੂਰਾ ਹੁੰਦਾ ਜਦੋਂ ਹਾਂਜੀ ਸਭ ਨੂੰ। ਹਾਂਜੀ। ਤੇ ਦਸੰਬਰ 'ਚ ਉਹਨੇ ਫਿਰ ਪੈਸੇ ਦੀ ਡਿਮਾਂਡ ਕਰਤੀ ਕਿ ਕਹਿੰਦੀ ਮੈਨੂੰ ਹਾਲੇ ਵੀ ਜੋਬ ਨਹੀਂ ਮਿਲੀ ਆ। ਅੱਛਾ ਜੀ। ਤੂੰ ਹੈਲਪ ਕਰ ਸਕਦਾ ਹੈ ਭਾਜੀ। ਮੈਂ ਕਿਹਾ ਵੀ ਇਸ ਟਾਈਮ ਔਖਾ ਵੀ ਆ, ਕਿਉਂਕਿ ਮੈਂ ਤੁਹਾਨੂੰ 2 ਮਹੀਨੇ ਪਹਿਲਾਂ ਹੀ ਪੈਸੇ ਦੇ ਕੇ ਹਟਿਆ। ਅੱਛਾ ਜੀ। ਆਪਣੀ ਭਾਜੀ ਖੇਤੀਬਾੜੀ ਆ, ਹੋਰ ਤਾਂ ਐਡਾ ਕੋਈ ਉਹ ਨਹੀਂ ਆ, ਬਿਜ਼ਨਸ ਨਹੀਂ ਆ ਵੀ ਜਿਹੜਾ ਆਪਾਂ ਕਰਕੇ ਉਹਨੂੰ ਪੈਸੇ ਫੜਾ ਦਈਏ ਵਾਰ-ਵਾਰੀ। ਹਾਂਜੀ ਇਹ ਤਾਂ ਹੈ ਜੀ। ਬਾਕੀ ਐਂ ਵੀ ਆ, ਚਲੋ ਬੰਦਾ ਇੱਕ ਵਾਰੀ ਹਿੰਮਤ ਜਿਹੀ ਕਰਕੇ ਚਲੋ ਜਿੰਨੇ ਵੀ ਪੈਸੇ ਹੁੰਦੇ ਆ ਨਾ ਤੇ ਕਰ ਸਕਦਾ ਆ। ਚਲੋ ਉਹ ਵੀ ਐਂ ਹੁੰਦਾ ਵੀ ਬੰਦੇ ਨੂੰ ਚੱਲ ਕੋਈ ਨਹੀਂ, 1 ਅੱਧੀ ਵਾਰੀ ਤਾਂ ਚੱਲ ਹੀ ਜਾਂਦਾ ਹੈ ਨਾ। ਫਿਰ ਐਂ ਵੀ ਡਿਫਰੈਂਸ ਵੀ ਹੈਗਾ ਆ ਪੈਸਿਆਂ ਤੇ ਡਾਲਰਾਂ ਦੇ ਵਿੱਚ, ਹੈ ਨਾ। ਹਾਂਜੀ ਭਾਜੀ ਨਾ ਮੈਂ ਉਹਨੂੰ ਦਿੱਤੇ ਸੀ, ਮੈਂ ਕਾਫੀ ਦਿੱਤੇ ਸੀ, ਮਤਲਬ ਉੱਧਰ ਦੇ ਉਹਨੂੰ $5-6 ਦਿੱਤਾ ਸੀਗਾ ਮੈਂ। ਹਾਂਜੀ। ਤੇ ਉਹ ਤੋਂ ਬਾਅਦ ਭਾਜੀ ਉਹ ਕੁੜੀ ਮਤਲਬ ਮੈਨੂੰ ਕਹਿੰਦੀ ਵੀ ਚਲ, ਉਹਨੇ ਗੱਲ ਕਰਨੀ ਬੰਦ ਕਰਤੀ ਮੇਰੇ ਨਾਲ। ਮੈਂ ਜਦੋਂ ਮਨਾ ਕੀਤਾ ਉਹਨੂੰ ਪੈਸਿਆਂ ਨੂੰ। ਅੱਛਾ ਜੀ। ਤਾਂ ਉਹ ਤੋਂ ਬਾਅਦ ਉਹਨੇ 10 ਦਿਨਾਂ ਬਾਅਦ ਫਿਰ ਕਾਲ ਕੀਤੀ। ਫਿਰ ਉਹ ਨੋਰਮਲ ਜੀ ਗੱਲ ਕਰਨ ਲੱਗ ਪਈ। 10 ਦਿਨਾਂ ਬਾਅਦ ਉਹਨੇ ਫਿਰ ਪੈਸੇ ਮੰਗੇ ਤਾਂ ਮੇਰੇ ਤੋਂ ਨਹੀਂ ਹੋਏ, ਮੈਂ ਮਨਾ ਕਰਤਾ ਉਹਨੂੰ ਸਾਫ਼ ਹੀ। ਅੱਛਾ ਜੀ। ਤੇ ਬਸ ਐਵੇਂ ਹੀ ਚੱਲਦਾ ਰਿਹਾ ਭਾਜੀ। ਉਹ ਤੋਂ ਬਾਅਦ ਲੋਕਡਾਊਨ ਲੱਗ ਗਿਆ। ਲੋਕਡਾਊਨ ਤੋਂ ਬਾਅਦ ਉਹਨੇ, ਮੇਰਾ ਬਰਥਡੇ ਸੀਗਾ ਲੋਕਡਾਊਨ ਦੇ ਵਿੱਚ, ਉਹਨੇ ਮੈਨੂੰ ਬਰਥਡੇ ਦੀ ਵਿਸ਼ ਕੀਤਾ। ਬਲੌਕ ਕਰ ਰੱਖਿਆ ਸੀ WhatsApp ਤੋਂ ਵੀ ਤੇ ਇੰਸਟਾ ਤੋਂ ਵੀ। ਅੱਛਾ ਜੀ।
ਉਹਦਾ ਬਰਥਡੇ ਸੀ, ਉਹਨੇ ਅਨਬਲੌਕ ਕਰਤਾ। ਵਿਸ਼ ਚ ਉਹਨੂੰ ਮੈਂ ਵਿਸ਼ ਕੀਤੀ, ਸਭ ਕੁਝ ਅੱਛਾ ਜੀ। ਨਾਰਮਲ ਹੋ ਗਿਆ ਸਾਡੇ ਚ। ਅੱਛਾ ਜੀ। ਹੁਣ ਪਿਛਲੇ ਮੰਥ ਜੁਲਾਈ ਤੇ ਜੂਨ ਚ ਅੱਛਾ ਜੀ। ਉਹਨੂੰ ਪਤਾ ਨਹੀਂ ਕੀ ਹੋਇਆ, ਉਹਨੇ ਨਵਾਂ ਫੋਨ ਲਿੱਤਾ ਉੱਥੇ ਜਾ ਕੇ। ਅੱਛਾ ਜੀ। ਇੱਕ ਤਾਂ ਪਹਿਲਾਂ ਮੈਂ ਹੀ ਦਵਾਇਆ ਸੀਗਾ ਉਹਨੂੰ, ਆਈਫੋਨ 8 ਦਵਾਤਾ ਸੀਗਾ, ਤੇ ਹੁਣ ਉਹਨੇ 10 ਲਿੱਤਾ ਸੀ ਉੱਥੇ ਜਾ ਕੇ। ਚਲੋ ਉਹ ਮੈਨੂੰ ਕਹਿੰਦੀ ਵੀ ਮੇਰੇ ਕੋਲ ਮੈਂ ਨੰਬਰ ਨਹੀਂ ਲਿੱਤਾ, ਬਟ ਉਹਨੇ ਦੂਜਾ ਨੰਬਰ ਲੈ ਕੇ WhatsApp ਚਲਾ ਰਹੀ ਸੀ, ਜਿਹੜਾ ਉਹਦਾ ਪੁਰਾਣਾ ਨੰਬਰ ਸੀਗਾ ਉੱਥੋਂ ਦਾ ਉਹਨੇ ਉਹ ਬੰਦ ਕਰ ਦਿੱਤਾ WhatsApp। ਅੱਛਾ ਜੀ। WhatsApp ਬੰਦ ਕਰਕੇ ਉਹ ਦੂਜੇ ਨੰਬਰ ਤੋਂ WhatsApp ਚਲਾਉਂਦੀ ਪਈ ਸੀ। ਮੈਨੂੰ ਕਹਿੰਦੀ ਮੈਂ ਚਲਾਉਂਦੀ ਨਹੀਂ। ਠੀਕ ਹੈ ਉਹਦੀ ਜੀ। ਸਿਸਟਰ ਮੈਨੂੰ ਕਹਿੰਦੀ ਵੀ ਚਲਾਉਂਦੀ ਪਈ ਆ, ਬਟ ਮੈਂ ਦੱਸਦੀ ਨਹੀਂ। ਉਹਦੀ ਸਿਸਟਰ ਨੇ ਜੋ ਮਤਲਬ ਉਹਨੇ ਕੀਤਾ ਮੇਰੇ ਨਾਲ, ਉਹਨੇ ਮੈਨੂੰ ਸਭ ਦੱਸਿਆ। ਅੱਛਾ ਜੀ। ਉਹ ਮਤਲਬ ਉਹ ਨਾ ਬਾਹਰ ਜਾਣ ਤੋਂ ਪਹਿਲਾਂ ਹੀ 1 ਮੰਥ ਉਹਨੇ ਮੇਰੇ ਨਾਲ ਗੱਲ ਕਰਨੀ ਬੰਦ ਕਰ ਦਿੱਤੀ ਸੀ, ਕਦੀ ਕਦੀ ਕਰਦੀ ਸੀ। ਅੱਛਾ ਜੀ। ਤੇ ਕਹਿੰਦੀ ਮੈਂ ਘਰੇ ਹੁੰਦੀ ਆ, ਮੇਰੇ ਤੋਂ ਗੱਲ ਨਹੀਂ ਹੁੰਦੀ, ਪਾਪਾ ਹੁੰਦੇ ਨੇ ਬੋਲਦੇ ਨੇ ਵੀ ਕੀ ਇੰਪ੍ਰੈਸ਼ਨ ਹੋਊਗਾ, ਇਹਨਾਂ ਕੋਲ ਰਹਿੰਦੀ ਆ ਮੈਂ। ਅੱਛਾ ਜੀ। ਚਲੋ ਕੋਈ ਗੱਲ ਨਹੀਂ ਆ, ਮੈਂ ਉਹਦੀ ਹਰ ਇੱਕ ਗੱਲ ਮੰਨੀ। ਪਰ ਜਦੋਂ ਉਹਦੀ ਸਿਸਟਰ ਬਾਰੇ ਉਹਨੇ ਆਪਣੀ ਸਿਸਟਰ ਨਾਲ ਕਦੇ ਗੱਲ ਨਹੀਂ ਕੀਤੀ। 1 ਮੰਥ ਜਾਣ ਤੋਂ ਬਾਅਦ ਉਹਨੇ ਆਪਣੀ ਸਿਸਟਰ ਨੂੰ ਵੀ ਬੁਲਾਉਣਾ ਬੰਦ ਕਰ ਦਿੱਤਾ। ਅੱਛਾ ਜੀ। ਖੁਦ ਸਗੀ ਸਿਸਟਰ ਨੂੰ। ਤੇ ਉਹਦੀ ਸਿਸਟਰ ਨੇ ਮੈਨੂੰ ਦੱਸਿਆ ਵੀ ਆਹ ਪਟਿਆਲੇ ਵੀ ਆਉਂਦੀ ਸੀ। ਅੱਛਾ ਜੀ। ਵੀ ਉਹਨੇ ਮੈਨੂੰ ਝੂਠ ਬੋਲਿਆ ਵੀ ਮੇਰੀ ਡਿਗਰੀ ਮੇਰੇ ਘਰੇ ਆ ਗਈ ਸੀ, ਬਟ ਉਹਦੀ ਡਿਗਰੀ ਉਹ ਖੁਦ ਹੀ ਲੈ ਕੇ ਆਈ ਸੀ। ਆਪਣੇ ਫਰੈਂਡਸ ਨੂੰ ਮਿਲੀ, ਸਭ ਨੂੰ ਮਿਲੀ ਉਹ, ਸਿਵਾਏ ਮੇਰੇ। ਅੱਛਾ ਜੀ। ਜਿੰਨੇ ਮੇਰੇ ਫਰੈਂਡ ਸਰਕਲ ਸੀਗੇ ਸਾਡੇ ਨਾਲ ਸੀਗੇ, ਸਭ ਨੂੰ ਮਿਲੀ ਉਹ ਸਿਵਾਏ ਮੇਰੇ। ਤੇ ਮੈਨੂੰ ਸਭ ਕੁਝ ਝੂਠ ਹੀ ਬੋਲਿਆ ਉਹਨੇ ਹੁਣ ਤੱਕ, ਜੋ ਵੀ ਬੋਲਿਆ ਸੀ ਉਹ ਬਾਹਰ ਠੀਕ ਹੈ ਜਾਣ ਜੀ। ਤੋਂ ਪਹਿਲਾਂ। ਠੀਕ ਹੈ ਤੇ ਜੀ। ਮੈਂ ਉਹਦੀ ਗੱਲ ਤੇ ਮੈਨੂੰ ਯਕੀਨ ਨਹੀਂ ਆਇਆ ਵੀਰੇ। ਅੱਛਾ ਤਾਂ ਜੀ। ਮੈਂ ਉਹਨੂੰ ਪੁੱਛਿਆ ਵੀ ਨਹੀਂ, ਮੈਂ ਕਿਹਾ ਮੈਂ ਵੀ ਬਾਹਰ ਹੀ ਜਾਣਾ, ਜਦੋਂ ਮੈਂ ਜਾਊਂਗਾ ਤਾਂ ਫੇਸ ਟੂ ਫੇਸ ਹੋ ਕੇ ਬਹਿ ਕੇ ਗੱਲ ਕਰ ਲੂੰਗਾ। ਅੱਛਾ ਜੀ। ਵੀ ਕੋਈ ਤਾਂ ਮਜਬੂਰੀ ਨਹੀਂ ਹੋਊਗੀ ਜਿਹੜਾ ਐਡਾ ਵੱਡਾ ਸਟੈਪ ਚੁੱਕਿਆ ਹੈ। ਅੱਛਾ ਜੀ। ਤੇ ਭਾਜੀ ਉਹਨੇ ਹੁਣ 14 ਜੁਲਾਈ ਨੂੰ ਉਹਨੇ ਮੈਨੂੰ ਕਹਿਤਾ ਵੀ ਕਹਿੰਦੀ ਮੇਰਾ ਰਿਸ਼ਤਾ ਹੋ ਗਿਆ ਵਾ। ਅੱਛਾ ਜੀ। ਤੇ ਮੈਂ ਉਹਦੀ ਸਿਸਟਰ ਨੂੰ ਪੁੱਛਿਆ ਤਾਂ ਉਹਦੀ ਸਿਸਟਰ ਕਹਿੰਦੀ ਵੀ ਕੁਝ ਨਹੀਂ ਹੋਇਆ, ਵੀ ਮੈਂ ਪਾਗਲ ਬਣਾਉਂਦੀ। ਅੱਛਾ ਜੀ। ਤੇ ਮੈਂ ਉਹਨੂੰ 2-3 ਵਾਰ ਪੁੱਛਿਆ ਵੀ ਮੈਂ ਕਿਹਾ ਮੈਨੂੰ ਸੱਚ ਦੱਸ ਦੇ ਕੀ ਗੱਲ ਆ, ਤੂੰ ਸੱਚੀ ਦੱਸ ਦੇ ਵੀ ਜੇ ਤੇਰਾ ਰਿਸ਼ਤਾ ਹੋ ਹੀ ਚੁੱਕਿਆ ਤਾਂ ਇਹ 'ਚ ਮੈਂ ਕੀ ਕਰ ਸਕਦਾ, ਹੁਣ ਤੇਰੀ ਮਜਬੂਰੀ ਹੈ, ਤੇਰੀ ਫੈਮਿਲੀ ਦੀ ਉਹ ਹੈ। ਹਾਂਜੀ ਹਾਂਜੀ। ਮੰਨਦਾ ਤਾਂ ਉਹ ਮੈਨੂੰ ਕੁਛ ਨਾ ਦੱਸੇ, ਕਹਿੰਦੀ ਮੇਰਾ ਰਿਸ਼ਤਾ ਹੋ ਗਿਆ। ਤੇ ਮੈਂ ਬੋਲਿਆ ਵੀ ਤੂੰ ਮੰਮਾ ਦੀ ਕਸਮ ਖਾ ਕੇ ਬੋਲਦੇ ਆਪਣੀ। ਅੱਛਾ ਜੀ। ਤਾਂ ਉਹਨੇ ਮੰਮਾ ਦੀ ਕਸਮ ਨਹੀਂ ਖਾਧੀ। ਅੱਛਾ ਜੀ। ਤੇ ਉਹ ਬਾਅਦ ਚ ਖਾ ਕੇ ਭੁੱਲ ਗਈ ਤੇ ਉਹਦੇ ਮੈਂ ਪਾਪਾ ਨੂੰ ਫੋਨ ਲਗਾਇਆ ਜੀ। ਅੱਛਾ ਜੀ। ਮੈਂ ਉਹਦੇ ਪਾਪਾ ਜੀ ਨੂੰ ਪੁੱਛਿਆ ਤੇ ਉਹਦੇ ਪਾਪਾ ਜੀ ਕਹਿੰਦੇ ਵੀ ਅਜਿਹਾ ਕੁਛ ਨਹੀਂ ਹੈ ਬੇਟਾ ਜੀ। ਅੱਛਾ ਜੀ। ਉਹ ਇੱਕ ਗੁਰਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਤੇ ਖੁਦ ਵੀ ਅੰਮ੍ਰਿਤਧਾਰੀ ਹੈ ਜੀ। ਤੇ ਤੁਸੀਂ ਫਿਰ ਗੱਲ ਨਹੀਂ ਕੀਤੀ ਉਹਨਾਂ ਨਾਲ ਵੀ ਤੁਸੀਂ ਵੀ ਤੁਹਾਡੇ ਫਾਦਰ ਸਾਹਿਬ ਐਵੇਂ ਕਹਿ ਰਹੇ ਆ? ਤੇ ਹਾਂਜੀ ਮੈਂ ਬੋਲਿਆ ਜੀ ਅੱਜ ਮਤਲਬ ਉਹਨੇ ਮੈਨੂੰ ਵੀਡੀਓ ਕਾਲ ਕੀਤੀ ਸੀ ਇੰਸਟਾਗ੍ਰਾਮ ਤੇ, WhatsApp ਉੱਤੇ ਉਹਨੇ ਬਲੌਗ ਕੀਤਾ ਆ। ਕਾਫੀ ਟਾਈਮ 2 ਮਹੀਨੇ ਹੀ ਹੋ ਗਏ। ਉਹਨੇ ਇੰਸਟਾਗ੍ਰਾਮ ਤੇ ਅੱਜ ਵੀਡੀਓ ਕਾਲ ਲਗਾਈ ਸੀਗੀ ਤੇ ਉਹ ਮੈਨੂੰ ਫੋਟੋ ਜੀ ਦਿਖਾਉਂਦੀ ਪਈ ਸੀ। ਅੱਛਾ ਜੀ। ਮਤਲਬ ਜਿਵੇਂ ਟਿਕਟੌਕ ਤੇ ਵੀਡੀਓ ਬਣਾ ਕੇ ਪਾਇਆ ਕਰਦੇ ਸੀਗੇ ਨਾ, ਐਵੇਂ ਉਹ ਸਲਾਈਡ ਦੇ ਨਾਲ ਵੀਡੀਓ ਬਣਾਤੀ ਸੀ, ਬਣਾ ਕੇ ਦਿਖਾ ਰਹੀ ਸੀ। ਅੱਛਾ। ਉਹ ਮੁੰਡਾ ਮੈਨੂੰ ਦੇਖਿਆ ਲੱਗਿਆ ਸੀ ਜਿਵੇਂ ਆਪਣੇ ਇੰਸਟਾਗ੍ਰਾਮ ਤੇ ਕੁਝ ਪਪੂਲਰ ਸੈਲੀਬ੍ਰਿਟੀਜ਼ ਨਹੀਂ ਹੈਗੇ। ਅੱਛਾ ਜੀ। ਤਾਂ ਉਹਨਾਂ ਚੋਂ ਕਿਸੇ ਦੀ ਫੋਟੋ ਸੀਗੀ, ਉੱਥੇ ਮੈਂ ਉਹਨੂੰ ਪੁੱਛਿਆ, ਮੈਂ ਕਹਿੰਦੀ ਐਵੇਂ ਫੋਟੋ ਐਡਿਟ ਕਰਕੇ ਕੋਈ ਫਾਇਦਾ ਨਹੀਂ ਆ। ਤੂੰ ਸੱਚ ਹੈ, ਤੂੰ ਮੂੰਹ ਤੇ ਬੋਲਦੇ ਮੇਰੇ, ਮੈਨੂੰ ਕਿਹੜਾ ਕੋਈ ਉਹ ਲੱਗਣਾ ਹੈ। ਹਾਂ ਜੋ ਮਤਲਬ ਕਿ ਐ ਠੀਕ ਆ ਵੀ ਇੱਕ ਝੂਠ ਨਾਲੋਂ ਝੂਠ ਇੱਕ ਦੁੱਖ ਜ਼ਿਆਦਾ ਦਊਗਾ, ਜੋ ਸੱਚ ਆ ਚਲੋ ਜੇ ਨਹੀਂ ਵੀ ਰਿਲੇਸ਼ਨਸ਼ਿਪ ਬਣ ਰਿਹਾ ਜਾਂ ਜੋ ਵੀ ਜਿੱਦਾਂ ਵੀ ਆ ਤੁਹਾਡਾ, ਪਰ ਸੱਚ ਦੱਸਣਾ ਤਾਂ ਜ਼ਰੂਰੀ ਹੈ ਨਾ। ਮੈਂ ਉਹ ਤੋਂ ਸੱਚ ਪੁੱਛਿਆ ਜੀ, ਤਾਂ ਮੈਂ ਉਹਨੂੰ ਬੋਲਿਆ ਵੀ ਮੈਂ ਕਿਹਾ ਤੂੰ ਐਵੇਂ ਕਿਉਂ ਕਰਦੀ ਪਈ ਆ, ਤੇਰੇ ਪਾਪਾ ਬੋਲਦੇ ਵੀ ਤੇਰਾ ਵਿਆਹ ਰਿਸ਼ਤਾ ਕੁਝ ਵੀ ਨਹੀਂ ਹੋਇਆ ਹਾਲੇ। ਅੱਛਾ। ਉਹਦੀ ਮਾਸੀ ਦਾ ਮੁੰਡਾ ਮੇਰੇ ਨਾਲ ਆਇਆ ਸੀਗਾ, ਮੈਂ ਉਹ ਤੋਂ ਵੀ ਪੁੱਛਿਆ, ਉਹ ਕਹਿੰਦਾ ਹੋ ਗਿਆ। ਮੈਂ ਕਹਿੰਦਾ ਤਾਂ ਹੀ ਗਿਆ ਸੀ ਗੱਲ ਕਰੇ, ਉਹਨੇ ਹੀ ਬੋਲਦਾ ਉਹਨੂੰ। ਅੱਛਾ ਜੀ। ਵੀ ਤੂੰ ਐਵੇਂ ਬੋਲਦੀ ਇਹਨੂੰ, ਜੇ ਤਾਂ ਕੋਲ ਮੈਸੇਜ ਕੁਝ ਵੀ ਆਵੇ ਤਾਂ। ਅੱਛਾ ਜੀ। ਤੇ ਉਹਦੇ ਮੈਂ ਕਿਹਾ ਤੇਰੀ ਫੈਮਿਲੀ ਨੂੰ ਪਤਾ ਨਹੀਂ ਆ ਵੀ ਤੈਨੂੰ ਪਤਾ ਤੇਰਾ ਰਿਸ਼ਤਾ ਹੋ ਚੁੱਕਿਆ। ਹਾਂਜੀ। ਵੀ ਉਹ ਪਾਗਲ ਨੇ ਸਾਰੇ, ਤੂੰ ਹੀ ਹੈ। ਅੱਛਾ। ਤਾਂ ਉਹਦੀਆਂ ਸਾਰੀਆਂ ਗੱਲਾਂ ਵੀਰੇ ਮਤਲਬ ਇੱਥੇ ਆ ਕੇ ਅੜ ਜਾਂਦੀਆਂ ਨੇ ਵੀ ਮੈਨੂੰ ਕੁਛ ਉਹਨੇ ਹੱਦ ਤੱਕ ਦੱਸਿਆ ਨਹੀਂ ਆ। ਜੇ ਮੈਂ ਉਹਨੂੰ ਪੁੱਛਿਆ ਵੀ ਆ ਵੀ ਤੁਹਾਡੇ ਪਾਪਾ ਐਵੇਂ ਬੋਲਦੇ ਸੀ ਵੀ ਤੁਸੀਂ ਮੇਰੇ ਨਾਲ ਐਵੇਂ ਕਿਉਂ ਕੀਤਾ, ਤਾਂ ਕੋਈ ਕਾਰਨ ਦਿਓ। ਤਾਂ ਹੁਣ ਜੀ ਉਹਨਾਂ ਨੇ ਇੰਸਟਾਗ੍ਰਾਮ ਤੋਂ ਹੀ ਬਲੌਕ ਕਰਤਾ ਆ ਤੇ ਮੈਸੇਜ ਸੀਨ ਕੋਈ ਆਉਂਦੇ ਨੇ, ਰਿਪਲਾਈ ਕੋਈ ਆਉਂਦਾ ਨਹੀਂ। ਅੱਛਾ ਜੀ। ਤੇ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਲੱਗਦਾ, ਨਾ ਤਾਂ ਦੇਖੋ ਜੀ ਉਹਨਾਂ ਨੇ ਬ੍ਰੇਕਅਪ ਕੀਤਾ ਮੇਰੇ ਨਾਲ। ਅੱਛਾ ਜੀ। ਮੈਨੂੰ ਇਹ ਵੀ ਨਹੀਂ ਬੋਲ ਵੀ ਤੂੰ ਇੱਕ ਸਾਈਡ ਹੋ ਜਾ, ਇੱਕ ਪਾਸੇ ਹੋ ਜਾ, ਵੀ ਆਪਣਾ ਰਿਸ਼ਤਾ ਹੋਰ ਨਹੀਂ ਨਿਕਲ ਸਕਦਾ। ਅੱਛਾ ਜੀ। ਇਹ ਗੱਲ ਨਹੀਂ ਬੋਲੀ। ਮੈਨੂੰ ਕਹਿੰਦੀ ਮੈਂ ਹਮੇਸ਼ਾ ਤੇਰੇ ਨਾਲ ਆ। ਅੱਛਾ ਜੀ। ਵੀ ਪਹਿਲਾਂ ਤੂੰ ਹੀ ਰਹੇਗਾ ਹਮੇਸ਼ਾ। ਆਹੀ ਗੱਲ ਇੱਕੋ ਵਾਰ
ਬੋਲ ਕੇ ਮੇਰੇ ਕੰਨ ਪੱਕ ਚੁੱਕੇ ਨੇ ਸੁਣ ਕੇ ਜੀ। ਮੈਨੂੰ ਕੁਝ ਵੀ ਸਮਝ ਨਹੀਂ ਲੱਗਦੀ ਮੈਂ ਕਰਾਂ ਤਾਂ ਕੀ ਕਰਾਂ। ਜੇਕਰ ਮੈਂ ਉਹਦੀ ਫੈਮਿਲੀ ਨੂੰ ਮਿਲਾਂ ਜਾ ਕੇ ਤਾਂ ਉਹਦੀ ਕੀ ਇੱਜ਼ਤ ਰਹੂਗੀ। ਉਹ ਇਹ ਤਾਂ ਗੱਲ ਹੈ ਜੀ। ਫਿਰ ਹੁਣ ਜੋ ਤੁਸੀਂ ਡਾਇਰੈਕਟਲੀ ਜਿਹੜੀਆਂ ਗੱਲਾਂ ਜੇ ਉਹਦੀ ਫੈਮਿਲੀ ਨਾਲ ਕਰਦੇ ਹੋ ਤਾਂ ਫਿਰ ਇਸ਼ੂਸ ਹੈ ਨੇ। ਬਟ ਐਂ ਆ ਵੀ ਜੇ ਤਾਂ ਦੇਖੋ ਇਨ ਫਿਊਚਰ ਆ ਵੀ ਜੋ ਵੀ ਹੈ ਨਾ, ਦੇਖੋ ਜੇ ਰਿਲੇਸ਼ਨਸ਼ਿਪ ਕੋਈ ਸਟਾਰਟ ਹੁੰਦਾ ਇਹੀ ਸੋਚ ਕੇ ਹੁੰਦਾ ਵੀ ਆਪਣਾ ਵੀ ਮੈਰਿਜ ਹੋਊਗੀ ਜਾਂ ਵਿਆਹ ਹੋਊਗਾ ਨਾ ਇਨ ਫਿਊਚਰ ਦੇ ਵਿੱਚ, ਜੋ ਵੀ ਹੈ ਨਾ ਤੁਹਾਡਾ ਰਿਲੇਸ਼ਨਸ਼ਿਪ ਜਿੱਦਾਂ ਵੀ ਚੱਲਦਾ ਹੈ। ਅਤੇ ਬਟ ਹੁਣ ਇਹ ਆ ਵੀ ਜੇ ਇੱਕ ਪਾਸੇ ਇੱਕ ਇਨਸਾਨ ਵੀ ਜਿਵੇਂ ਇੱਦਾਂ ਕਰ ਰਿਹਾ ਤਾਂ ਤੁਸੀਂ ਜਾ ਕੇ ਵੀ ਕਿਸ ਗੱਲ 'ਤੇ ਖੜ੍ਹ ਕੇ ਕਹੋਗੇ ਕਿ ਆਪਣਾ ਸਾਡਾ ਰਿਲੇਸ਼ਨਸ਼ਿਪ ਆ। ਵੀ ਜੇ ਹੁਣ ਉਹ ਕੁੜੀ ਇਹੀ ਗੱਲਾਂ ਤੋਂ ਪਹਿਲਾਂ ਮੁੱਕਰਦੀ ਆ, ਜੇ ਜਾ ਕੇ ਤੁਸੀਂ ਕਹਿ ਦੋਗੇ ਤਾਂ ਉਹ ਮੁੱਕਰ ਗਈ, ਫਿਰ ਤੁਹਾਡਾ ਗਲਤ ਤਾਂ ਤੁਸੀਂ ਸਾਬਤ ਹੋ ਜਾਂਦੇ। ਉਹ ਤਾਂ ਗੱਲ ਸਹੀ ਹੈ ਜੀ, ਬਟ ਆਪਣੇ ਕੋਲ ਪ੍ਰੂਫ ਸਭ ਕੁਝ ਹੈ ਨਾ, ਆਪਾਂ ਕਿਵੇਂ ਗਲਤ ਸਾਬਿਤ ਹੋ ਜਾਵਾਂਗੇ। ਹਾਂ ਇਹ ਦੇਖੋ ਪ੍ਰੂਫ ਹੈਗਾ, ਇਹ ਗੱਲ ਵੀ ਠੀਕ ਆ, ਚਲੋ ਮੈਂ ਮੰਨਦਾ ਆ ਨਾ। ਬਟ ਕੀ ਕਹਿ ਸਕਦੇ ਆ, ਪਹਿਲਾਂ ਤਾਂ ਉਹਨਾਂ ਕੋਲ ਹੀ ਆ ਨਾ ਵੀ ਜਿਹੜੇ ਕਹਿਣ ਦਾ ਮਤਲਬ ਇਹ ਹੁੰਦਾ ਨਾ ਵੀ ਜਿਹੜਾ ਇੰਜਨ ਆ ਉਹ ਪਿੱਛੇ ਲੱਗੇ ਡੱਬਿਆਂ ਨੂੰ ਖਿੱਚਦਾ ਆ। ਜਦ ਇੰਜਨ ਹੀ ਅੱਡ ਕਰਕੇ ਆਪਾਂ ਖੜਾ ਦਈਏ ਕਿਸੇ ਪਾਸੇ, ਫਿਰ ਤਾਂ ਰੇਲ ਦੀ ਡੱਬੀ ਜਿੰਨੇ ਮਰਜ਼ੀ ਡੱਬੇ ਪਿੱਛੇ ਜੋੜ ਲਓ ਉਹ ਤਾਂ ਲੰਬੀ ਹੋਈ ਜਾਊ, ਖੜ ਜਾਊ ਗੱਡੀ ਪਰ ਤੁਰੂ ਨਹੀਂ ਕਿਤੇ। ਵੀ ਹੁਣ ਹੈ ਨਾ ਵੀ ਹੁਣ ਉਹਦੇ ਕੋਲ ਗੱਲਾਂ ਜਿੰਨੀਆਂ ਮਰਜ਼ੀ ਉਹ ਲਾਲੇ ਜੋੜ ਲਏ ਤੁਹਾਨੂੰ, ਵੀ ਜਦ ਤੱਕ ਉਹ ਫਾਈਨਲ ਡਿਸੀਜ਼ਨ ਕੀ ਆ ਹੈ ਨਾ ਵੀ ਰੱਖਣਾ ਰਿਲੇਸ਼ਨ ਨਹੀਂ ਰੱਖਣਾ, ਇਹ ਤਾਂ ਦੇਖੋ ਵੀ ਕਹਿਣ ਦਾ ਮਤਲਬ ਵੀ ਸਿੱਧੀ ਤਰ੍ਹਾਂ ਨਾ ਨਹੀਂ ਵੀ ਉਵੇਂ ਆਪਾਂ ਕਹੀ ਜਾਂਦੇ ਹਾਂ ਵੀ ਹਾਂ ਵੀ ਹੈਗਾ ਆ ਜਾਂ ਨਹੀਂ ਹੈਗਾ ਜਾਂ ਜੋ ਵੀ ਆ ਨਾ ਵੀ ਕੁਝ ਵੀ ਆ ਜਾਂ ਮੇਰਾ ਹੈ ਨਾ ਵੀ ਮੇਰੀ ਅੰਗੇਜਮੈਂਟ ਹੋ ਗਈ, ਇਹ ਤਾਂ ਸਿਰਫ ਵੀ ਉੱਦਾਂ ਕਹਿਣ ਦਾ ਮਤਲਬ ਇਹ ਵੀ ਆਪਣੇ ਆਪ ਪਿੱਛੇ ਹਟ ਜੇ, ਵੀ ਸਿੱਧੀ ਤਰ੍ਹਾਂ ਮੈਂ ਨਾ ਵੀ ਨਾ ਕਵਾਂ ਅਤੇ ਆਪਣੇ ਆਪ ਪਿੱਛੇ ਵੀ ਹਟ ਜੇ ਹੈ ਨਾ। ਅਤੇ ਜੋ ਗੱਲਾਂ ਉਹ ਇਨਸਾਨ ਨੇ ਮੇਰੇ ਲਈ ਕੀਤੀਆਂ ਅਤੇ ਉਹਦੇ ਲਈ ਵੀ ਉਹ ਨਾ ਵੀ ਮੈਨੂੰ ਚੇਤਾਵੇ ਵੀ ਨਾਲ, ਵੀ ਇਹ ਚੀਜ਼ਾਂ ਬਾਰੇ ਹੁੰਦੀ ਹੈ ਗੱਲ। ਬਾਕੀ ਹੁਣ ਦੇਖੋ ਇਹ ਜੋ ਮੇਰੇ ਜ਼ਿਹਨ 'ਚ ਚੱਲਦਾ ਮੈਂ ਤਾਂ ਇਹੀ ਦੱਸ ਰਿਹਾ ਨਾ ਵੀ ਜੋ ਹੁਣ ਰੀਅਲ ਜੋ ਵੀ ਗੱਲਾਂ ਹੋਣਗੀਆਂ ਉਹ ਤਾਂ ਦੇਖੋ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਕਿਉਂਕਿ ਤੁਸੀਂ ਉਹ ਇਨਸਾਨ ਨਾਲ 3 ਸਾਲ ਦੇ ਹੋ ਨਾ। ਹਾਂਜੀ ਮੈਂ ਹੁਣ ਐਵੇਂ ਕੋਈ ਗਲਤ ਅੰਦਾਜ਼ਾ ਲਾ ਕੇ ਕਹਾਂ ਵੀ ਉਹ ਐਵੇਂ ਆ ਜਾਂ ਤੁਸੀਂ ਐਵੇਂ ਹੋ, ਵੀ ਇਹ ਤਾਂ ਫਿਰ ਬਸ ਇੱਕ ਹਨੇਰੇ 'ਚ ਤੀਰ ਚਲਾਉਣ ਵਾਲੀ ਗੱਲ ਹੋ ਜਾਣੀ ਆ। ਅਤੇ ਪਰ ਹਾਂ ਮੈਂ ਇਹ ਕਹੇ ਨਾ ਵੀ ਤੁਸੀਂ ਜੇ ਤਾਂ ਉਹ ਜਵਾਬ ਦਿੰਦੇ ਆ ਕੋਈ ਵੀ ਹੈ ਨਾ ਵੀ ਉਹਨਾਂ ਦਾ ਫਾਈਨਲ ਡਿਸੀਜ਼ਨ ਕੀ ਹੈ ਇੱਕ ਵਾਰੀ ਉਹ ਦੱਸਣ ਦਾ ਹੈ। ਮੈਂ ਤਾਂ ਇਹ ਆਪ ਇਹੀ ਗੱਲ ਕਹਿਣਾ ਵੀ ਫਾਈਨਲ ਡਿਸੀਜ਼ਨ। ਹਾਂਜੀ ਉਹੀ ਗੱਲ ਮੈਂ ਵੀ ਫਾਈਨਲ ਡਿਸੀਜ਼ਨ ਕਰਕੇ ਰੁਕਿਆ ਹਾਂ ਕਿਉਂਕਿ ਮੈਂ ਜੇ ਉਹਦੀ ਫੈਮਿਲੀ ਕੋਲੇ ਜਾਵਾਂ ਜੀ, ਸਹੀ ਗੱਲ ਦੱਸਾਂ ਜੀ, ਉਹਨਾਂ ਨੂੰ ਉਹਦੀ ਫੈਮਿਲੀ ਨੂੰ ਉਹਦੇ ਤੇ ਬਹੁਤ ਮਾਣ ਆ ਜੀ। ਦੇਖੋ ਮਤਲਬ ਉਹਨੇ ਆਪਣੀ ਫੈਮਿਲੀ ਨੂੰ ਇੰਨੇ ਝੂਠ ਬੋਲੇ ਨੇ ਕਿ ਉਹ ਮੈਨੂੰ ਪਤਾ ਹੈ, ਬਟ ਉਹਦੀ ਫੈਮਿਲੀ ਨੂੰ ਉਹਨਾਂ ਤੇ ਫਿਰ ਵੀ ਟਰਸਟ ਆ ਕਿ ਸਾਡੀ ਕੁੜੀ ਐਵੇਂ ਨਹੀਂ ਕਰ ਸਕਦੀ, ਪਰ ਉਹਨੇ ਉਹ ਕੀਤਾ। ਮੈਂ ਸਮਝਦਾ ਦੇਖੋ ਹਰੇਕ ਦੇਖੋ ਤੁਸੀਂ ਵੀ ਹੋ ਚਾਹੇ ਮੈਂ ਵੀ ਆ ਨਾ ਵੀ ਮੈਨੂੰ ਮੇਰੇ ਘਰ ਦੇ ਸਹੀ ਸਮਝਣਗੇ ਚਾਹੇ ਬਾਹਰ ਜਾ ਕੇ ਮੈਂ ਇੱਕ ਚੋਰ ਕਿਉਂ ਨਾ ਹੋਵਾਂ ਹੈ ਨਾ। ਅਤੇ ਜੇਕਰ ਮੈਂ ਘਰੇ ਇਹ ਗੱਲ ਮੈਂ ਨਹੀਂ ਦੱਸੀ ਹੋਊਗੀ ਨਾ ਵੀ ਮੈਂ ਮਤਲਬ ਕਿ ਮੈਂ ਚੋਰ ਨਹੀਂ ਹੈਗਾ ਜਾਂ ਜੋ ਵੀ ਆ, ਵੀ ਜੋ ਮੇਰਾ ਦੂਜਾ ਫੇਸ ਆ ਮੇਰੀ ਫੈਮਿਲੀ ਤਾਂ ਉਹ ਜਾਣਦੀ ਆ। ਅਤੇ ਮੈਂ ਜਦੋਂ ਚੋਰੀ ਕਰਨ ਜਾਊਂਗਾ ਉਹ ਤਾਂ ਦੁਨੀਆ ਦਾ ਪਤਾ ਹੋਊਗਾ ਨਾ ਵੀ ਮੈਂ ਕਿੱਥੋਂ ਚੋਰੀ ਕਰਕੇ ਕਿਹੜੀ ਚੀਜ਼ ਲੈ ਕੇ ਗਿਆ ਆ। ਉਹ ਤਾਂ ਉੱਥੇ ਜਦੋਂ ਚੋਰੀ ਹੋਈ ਉਹ ਲੋਕਾਂ ਨੇ ਮੈਨੂੰ ਦੇਖਿਆ, ਮੇਰੀ ਫੈਮਿਲੀ ਤਾਂ ਥੋੜ੍ਹੀ ਮੇਰੇ ਨਾਲ ਸੀ। ਹਾਂਜੀ ਉਹ ਤਾਂ ਗੱਲ ਸਹੀ ਹੈ। ਹੁਣ ਇਹ ਮੇਨ ਉਹੀ ਗੱਲ ਆ ਵੀ ਉਹਦੀ ਫੈਮਿਲੀ ਨੂੰ ਤਾਂ ਉਹਦੀਆਂ ਚੰਗੀਆਂ ਗੱਲਾਂ ਪਤਾ ਵੀ ਜਿਹਦੇ ਬਾਰੇ ਉਹ ਦੱਸਦੀ ਆ ਜਾਂ ਉਹਦੀ ਫੈਮਿਲੀ ਨੇ ਉਹ ਦੇਖੀ ਹੈ। ਇਹ ਤਾਂ ਗੱਲ ਸਹੀ ਹੈ ਤੁਹਾਡੀ ਹੈ ਨਾ। ਹੁਣ ਦੇਖੋ ਜੋ ਤੁਹਾਨੂੰ ਪਤਾ ਰਿਐਲਿਟੀ ਆ, ਹੁਣ ਜਾ ਕੇ ਤੁਸੀਂ ਦੱਸੋਗੇ ਪਹਿਲਾਂ ਤਾਂ ਉਹ ਗੱਲ 'ਤੇ ਉਹ ਬਿਲੀਵ ਹੀ ਨਹੀਂ ਕਰਨਗੇ ਵੀ ਇਹ ਚੀਜ਼ ਹੋਊਗੀ ਜਾਂ ਹੋ ਸਕਦੀ ਆ। ਮਤਲਬ ਬਿਲੀਵ ਤਾਂ ਕਰਨਾ ਪਊਗਾ ਨਾ ਕਿਉਂਕਿ ਦੇਖੋ ਜੀ ਮੇਰੀ ਗੱਲ ਸੁਣੋ, ਕੋਈ ਵੀ ਇੰਨੇ ਤਾਂ ਤੁਸੀਂ ਵੀ ਪਾਗਲ ਨਹੀਂ, ਉਹਦੇ ਪੇਰੈਂਟਸ ਵੀ ਪਾਗਲ ਨਹੀਂ। ਇੱਕ ਵਾਰ ਆਇਲਸ ਦਾ ਐਗਜ਼ਾਮ ਦੇ ਕੇ 3 ਵਾਰ ਕੌਣ ਦਿੰਦਾ ਹੁੰਦਾ। ਉਹ ਇਹ ਤਾਂ ਹੈ ਦੇਖੋ ਇੱਕ ਵਾਰੀ ਛੱਡੋ 3 ਵਾਰੀ ਉਸ ਤੋਂ ਬਾਅਦ ਵੀ ਚੱਲ ਜਾਂਦੇ ਆ। ਗੱਲ ਸੁਣੋ ਨਾ, ਮਤਲਬ ਇੱਕ ਵਾਰ ਜਦੋਂ ਸਕੋਰ ਹੀ ਆ ਜਾਂਦਾ ਬੰਦੇ ਨੂੰ ਲੋੜ ਹੀ ਕੀ ਪਈ ਆਇਲਸ ਦਾ ਐਗਜ਼ਾਮ ਦੇਣ ਦੀ। ਚਲੋ ਉਹਨਾਂ ਤਾਂ ਆਪਣੇ ਪੇਰੈਂਟਸ ਨੂੰ ਕਹਦਾ ਵੀ ਮੇਰਾ ਸਕੋਰ ਆ ਚੁੱਕਿਆ ਆ। ਅੱਛਾ ਜੀ। ਤੇ ਉਹਦੇ ਪੇਰੈਂਟਸ ਦੀ ਨਜ਼ਰ ਤੋਂ ਉਹਦਾ ਸਕੋਰ ਆ ਚੁੱਕਿਆ ਨਾ। ਇੱਕ ਵਾਰੀ ਚ ਹੀ ਆ ਗਿਆ ਤਾਂ ਉਹਨੂੰ 3 ਵਾਰ ਜਾਂ 4 ਵਾਰ ਦੇਣ ਦੀ ਕੀ ਜ਼ਰੂਰਤ ਪਈ ਹੈ। ਸਹੀ ਇਹ ਗੱਲਾਂ ਸੋਚਣ ਵਾਲੀਆਂ ਹੁੰਦੀਆਂ ਨੇ, ਬਟ ਮੈਂ ਤਾਂ ਕਰਕੇ ਨਹੀਂ ਜਾਂਦਾ ਜੀ ਕਿਉਂਕਿ ਉਹਦੀ ਸਿਸਟਰ ਨੂੰ ਉਹਦੇ ਬਾਰੇ ਸਭ ਕੁਝ ਪਤਾ ਵਾ।
ਤੇ ਉਹਦੀ ਸਿਸਟਰ ਸਟੈਂਡ ਵੀ ਲੈ ਸਕਦੀ ਹੈ, ਜੇ ਮੈਂ ਉੱਥੇ ਜਾ ਕੇ ਕਹਾਂ ਤਾਂ ਉਹਦੀ ਸਿਸਟਰ ਕਹਿ ਸਕਦੀ ਹੈ ਇਹ ਗੱਲ, ਬਟ ਉਹ ਤਾਂ ਮੁੱਕਰੂਗੀ, ਉਹ ਤਾਂ ਮੈਨੂੰ ਪਤਾ ਜੀ। ਦੇਖੋ ਜਿਹੜੀ ਫੈਮਿਲੀ ਸਿਚੁਏਸ਼ਨ ਹੁੰਦੀ ਹੈ ਨਾ, ਚਾਹੇ ਮੰਨ ਕੇ ਚੱਲੋ ਹਾਂ ਮੁੰਡਾ ਕੋਈ ਹੋਊਗਾ ਉਹ ਬੇਸ਼ੱਕ ਦੀ ਕੋਈ ਹੈ ਨਾ ਵੀ ਸਟੈਂਡ ਲੈ ਲੂਗਾ, ਮੈਂ ਇਹ ਗੱਲ ਲਈ ਸਹਿਮਤ ਹਾਂ ਵੀ ਕੋਈ ਮੁੰਡਾ ਹੋਊਗਾ ਬੇਸ਼ੱਕ ਦੀ ਉਹ ਇਹ ਗੱਲ 'ਚ ਸਟੈਂਡ ਲੈ ਲੂਗਾ ਕਿ ਹਾਂ ਮੇਰਾ ਭਰਾ ਗਲਤ ਆ ਜਾਂ ਕੁਝ ਵੀ ਆ ਨਾ। ਬਟ ਜੇ ਕੋਈ ਕੁੜੀ ਹੋਊਗੀ ਮੇਰੇ ਖਿਆਲ ਨਹੀਂ 100 ਦੇ ਵਿੱਚੋਂ ਹਾਂ ਵੀ ਮੈਂ ਵੀ 2% ਕਹਿਣ ਦੀ ਗੱਲ ਆ ਵੀ ਮੰਨਦਾ ਆ ਵੀ ਕੁੜੀ ਸਟੈਂਡ ਲਊ, ਕਿਉਂਕਿ ਉਹਨੂੰ ਪਤਾ ਵੀ ਮੇਰੀ ਸਿਸਟਰ ਨੂੰ ਤਾਂ ਉਹਨੇ ਗਲਤ ਸਾਬਤ ਕਰ ਹੀ ਦਿੱਤਾ। ਜੇ ਮੈਂ ਇਹਦੀ ਗੱਲ ਨਾਲ ਕਹੂੰਗੀ ਤਾਂ ਮੈਂ ਵੀ ਗਲਤ ਹਾਂ, ਫਿਰ ਮੇਰੇ ਘਰਦਿਆਂ ਨੇ ਇਹੀ ਕਹਿਣਾ ਵੀ ਉਹ ਤਾਂ ਚੱਲ ਗੱਲ ਕਰਦੀ ਤੂੰ ਵੀ ਉਹਦੇ ਨਾਲ। ਹਾਂ ਇਹ ਤਾਂ ਗੱਲ ਸਹੀ ਹੈ ਹੈ ਨਾ। ਤੇ ਐਟ ਦੀ ਐਂਡ ਵੀ ਗੱਲ ਇਹੀ ਔਰਤ ਆ ਵੀ ਅਗਲੇ ਨੂੰ ਜਾਂ ਤਾਂ ਵੀ ਦੇਖੋ ਜੇ ਤੁਸੀਂ ਕੋਈ ਰਿਲੇਸ਼ਨਸ਼ਿਪ ਸਟਾਰਟ ਕਰਦੇ ਹੋ ਉਹਦਾ ਕੋਈ ਨਾ ਕੋਈ ਹੈ ਨਾ ਵੀ ਆਪਾਂ ਨੂੰ ਸਹੀ ਤਰੀਕੇ ਨਾਲ ਚੱਲਣਾ ਚਾਹੀਦਾ ਵੀ ਜੋ ਆਪਾਂ ਦੇਖੋ ਇਹ ਨਹੀਂ ਹੈਗਾ ਜੇ ਤੁਸੀਂ ਮਤਲਬ ਵੀ ਕੱਢਣਾ ਆ ਉਹ ਡਾਇਰੈਕਟਲੀ ਆਪਾਂ ਕਹਿ ਕੇ ਗੱਲ ਕਰ ਸਕਦੇ ਹਾਂ। ਦੇਖੋ ਮੈਂ ਤੁਹਾਨੂੰ ਕਹੂੰਗਾ ਬਈ ਮੈਂ ਤੁਹਾਨੂੰ ਉਵੇਂ ਕਹਾਂ ਵੀ ਬਈ ਮੈਂ ਤੁਸੀਂ ਤੇ ਮੈਂ ਭਾਈ ਆ ਨਾ, ਮੇਰਾ ਕੋਈ ਮਤਲਬ ਹੋਊਗਾ ਮੈਂ ਕਹੂੰਗਾ ਬਈ ਯਾਰ ਮੈਨੂੰ ਆਹ ਚੀਜ਼ ਯਾਰ ਤੁਸੀਂ ਕਰ ਦੋਗੇ, ਤੁਸੀਂ ਤਾਂ ਇਹੀ ਸੋਚੋਗੇ ਨਾ ਮੇਰਾ ਛੋਟਾ ਜਾਂ ਵੱਡਾ ਭਰਾ ਆ ਵੀ ਕੋਈ ਨਹੀਂ ਹੈ ਨਾ। ਤੇ ਕੱਲ੍ਹ ਨੂੰ ਜਦੋਂ ਤੁਹਾਨੂੰ ਕੋਈ ਲੋੜ ਪਵੇ ਮੈਂ ਤਾਂ ਕਹੂੰਗਾ ਨਹੀਂ ਯਾਰ ਆਪਾਂ ਫਰੈਂਡ ਫਿਰ ਤਾਂ ਉਹੀ ਗੱਲ ਹੀ ਹੈ ਨਾ ਵੀ ਬੰਦੇ ਦੇ ਦਿਲ 'ਚ ਇਹ ਗੱਲ ਜ਼ਰੂਰ ਆਊਗੀ ਯਾਰ ਜਾਂ ਤਾਂ ਪਹਿਲਾਂ ਮੈਨੂੰ ਭਰਾ ਨਾ ਕਹਿੰਦਾ ਹੈ ਨਾ, ਇਹ ਚੀਜ਼ ਹੁੰਦੀ ਆ। ਹਾਂ ਮੈਂ ਵੀ ਇਹੀ ਗੱਲ ਦੇ ਵਿੱਚ ਆ ਵੀ ਫਾਈਨਲ ਡਿਸੀਜਨ ਕੀ ਆ ਉਹ ਵੀ ਉਹ ਮਾਇਨੇ ਹੁੰਦਾ। ਦੇਖੋ ਹੁਣ ਪ੍ਰੂਵ ਵੀ ਤੁਸੀਂ ਕਰ ਸਕਦੇ ਹੋ, ਕੋਈ ਵੱਡੀ ਗੱਲ ਨਹੀਂ। ਜੇ 3 ਸਾਲ ਰਿਲੇਸ਼ਨ ਚੱਲਿਆ ਕੋਈ ਨਾ ਕੋਈ ਐਸੀ ਗੱਲ ਤੁਹਾਡੇ ਕੋਲ ਵੀ ਹੋਊਗੀ ਜਾਂ ਤੁਹਾਡੇ ਕੋਲ ਵੀ ਕੋਈ ਨਾ ਕੋਈ ਪ੍ਰੂਵ ਪਿਆ ਹੋਊਗਾ। ਅੱਜ ਕੱਲ੍ਹ ਤਾਂ ਵੈਸੇ ਵੀ ਮੋਸਟਲੀ ਰੱਖਦੇ ਆ ਚੈਟਸ ਹੋ ਗਈ ਤੁਹਾਡੀ ਹੈ ਨਾ, ਜੋ ਵੀ ਆ ਜਿੱਦਾਂ ਵੀ ਆ ਹੈ ਨਾ, ਚਾਹੇ ਕੋਈ ਫੋਟੋ ਹੋਊਗੀ ਉਹ ਚੀਜ਼ਾਂ ਹੁੰਦੀਆਂ ਬੰਦੇ ਕੋਲ। ਹਾਂਜੀ ਬਟ ਮੇਨ ਗੱਲ ਤਾਂ ਇੱਥੋਂ ਹੀ ਅੜਦੀ ਆ ਜੀ। ਮੈਂ ਕਹਿਣ ਨੂੰ ਤਾਂ ਕਹਿ ਵੀ ਦਵਾਂ ਉਹਦੀ ਫੈਮਿਲੀ ਨੂੰ, ਬਟ ਮੇਨ ਦਿੱਕਤ ਤਾਂ ਇਹ ਹੈ ਵੀ ਉਹਦੀ ਚੀਜ਼ ਦਾ ਵੈਲਿਊ ਉਹਦੀ ਫੈਮਿਲੀ ਦੀ ਅੱਖਾਂ 'ਚ ਜੇਕਰ ਉਹ ਸੱਚ ਵੀ ਮੰਨ ਲੈਂਦੇ ਆ ਉਹ ਫਿਰ ਐਂ ਹੀ ਆ ਵੀ ਕੋਈ ਇੱਜ਼ਤ ਨਹੀਂ ਰਹਿਣੀ। ਫਿਰ ਤਾਂ ਉਹਨਾਂ ਨੂੰ ਦੇਖੋ 50% ਤੱਕ ਤਾਂ ਉਹਦੀ ਫੈਮਿਲੀ ਪਹਿਲਾਂ ਐਗਰੀ ਹੋ ਹੀ ਜਾਊਗੀ, ਕਿਉਂਕਿ ਦੇਖੋ ਜਿਹੜਾ ਕੁਝ ਤੁਸੀਂ ਕਰਤਾ ਉਹ ਤਾਂ ਫਿਰ ਉਹਦੀ ਫੈਮਿਲੀ ਨੂੰ ਪਤਾ ਹੀ ਹੋਊਗਾ ਨਾ ਵੀ ਕਿਉਂ ਇਸ ਇਨਸਾਨ ਨੇ ਕੀਤਾ। ਚਲੋ ਇੱਕ ਦੋਸਤ ਦੇ ਨਾਤੇ ਵੀ ਕੀਤਾ ਤਾਂ ਵੀ ਕੀਤਾ ਤਾਂ ਹੈਗਾ ਹੀ ਆ। ਮੈਂ ਵੀ ਇਹੀ ਕਹਿਣਾ ਵੀ ਚਲੋ ਕੋਈ ਨਹੀਂ, ਬਾਕੀ ਆਪਾਂ ਲਿਖ ਕੇ ਜ਼ਰੂਰ ਹੈ ਨਾ ਵੀ ਜਿੱਦਾਂ ਵੀ ਤੁਸੀਂ ਕਹਿੰਦੇ ਹੋ ਜੇ ਪੋਸਟ ਕਰਨੀ ਹੈ ਸਟੋਰੀ ਆਪਾਂ ਜ਼ਰੂਰ ਕਰਾਂਗੇ। ਜੇ ਤੁਸੀਂ ਮੈਨੂੰ ਹੱਲ ਕਹਿੰਦੇ ਹੋ ਹੱਲ ਤਾਂ ਵੀ ਮੈਂ ਤੁਹਾਨੂੰ ਇਹੀ ਦੱਸਦਾ ਵੀ ਉਹ ਇਨਸਾਨ ਦਾ ਕਹਿਣ ਦਾ ਮਤਲਬ ਇਹ ਆ ਵੀ ਆਪਣੇ ਆਪ ਇਨਸਾਨ ਤੁਸੀਂ ਪਿੱਛੇ ਹੋ ਜਾਓ ਹੈ ਨਾ, ਵੀ ਮੈਨੂੰ ਕੁਝ ਕਹਿਣਾ ਨਾ ਪਵੇ ਹੈ ਨਾ, ਮਤਲਬ ਉਹ ਬੁਰਾ ਨਾ ਪਵੇ ਖੁਦ ਹੀ ਮੈਂ ਹਾਂ ਵੀ ਮੈਂ ਗਲਤ ਨਾ ਉਹਦੇ ਸਾਹਮਣੇ ਗਲਤ ਵੀ ਨਾ ਹੋਵਾਂ ਤੇ ਉਹ ਇਨਸਾਨ ਮੈਨੂੰ ਛੱਡ ਵੀ ਦੇਵੇ। ਹੁਣ ਦੇਖੋ ਤੁਸੀਂ ਹੋ, ਤੁਸੀਂ ਆਪਣੇ ਆਪ ਨੂੰ ਰੱਖ ਕੇ ਦੇਖੋ ਹੈ ਨਾ ਵੀ ਤੁਸੀਂ ਰਿਲੇਸ਼ਨਸ਼ਿਪ ਦੇ ਵਿੱਚ ਹੋ, ਜੇ ਤੁਸੀਂ ਉਹਦੇ ਨਾਲ ਤੁਸੀਂ ਉਹਨੂੰ ਕਹੋ ਮੇਰੀ ਮੰਗਣੀ ਹੋਊਗੀ ਹੈ ਨਾ ਤੇ ਤੁਹਾਡੀ ਐਕਚੁਅਲ 'ਚ ਹੋਈ ਨਾ ਹੋਵੇ ਤਾਂ ਫਿਰ ਕਿਸ ਗੱਲ ਲਈ ਤੁਸੀਂ ਕਹਿ ਰਹੇ ਐਕਚੁਅਲੀ 'ਚ ਕੁਝ ਵੀ ਨਹੀਂ ਹੈ ਜੀ ਐਵੇਂ ਦਾ। ਮਤਲਬ ਜੇਕਰ ਮੰਗਣੀ ਉਹਦੇ ਪੇਰੈਂਟਸ ਦੇ ਹਿਸਾਬ ਨਾਲ ਹੋਈ ਹੈ ਤਾਂ ਉਹਦੇ ਪੇਰੈਂਟਸ ਨੂੰ ਪਤਾ ਹੀ। ਮੈਂ ਉਹੀ ਗੱਲ ਤੁਹਾਨੂੰ ਕਹਿ ਰਿਹਾ ਨਾ ਵੀ ਤੁਸੀਂ ਜੇ ਤੁਸੀਂ ਇਹ ਗੱਲ ਉਹਨੂੰ ਕਹੋ ਤੁਹਾਡੀ ਫੈਮਿਲੀ ਨੂੰ ਇਹ ਪਤਾ ਨਹੀਂ ਕਿ ਤੁਹਾਡੀ ਮੰਗਣੀ ਹੋਈ ਆ, ਨਾ ਕਿਸੇ ਨੂੰ ਹੋਰ ਨੂੰ ਪਤਾ ਆ, ਤੁਸੀਂ ਆਪਣੇ ਕੋਲ ਹੀ ਕਹਿਤੀ ਗੱਲ ਕਿ ਮੇਰੀ ਮੰਗਣੀ ਹੋ ਗਈ। ਇਹ ਫਿਰ ਕਿਸ ਗੱਲ ਲਈ ਤੁਸੀਂ ਕਹਿ ਰਹੇ ਹੋ? ਇਹੀ ਗੱਲ ਹੈ ਨਾ ਕਿ ਉਹ ਇਨਸਾਨ ਮੇਰੇ ਨਾਲ ਗੱਲ ਨਾ ਕਰੇ, ਮਤਲਬ ਪਿੱਛਾ ਛੁਡਵਾਉਣਾ ਚਾਹੁੰਦਾ ਬੰਦਾ। ਹਾਂ ਪਿੱਛਾ ਛੁਡਵਾਉਣਾ ਚਾਹੁੰਦਾ। ਐਟ ਦੀ ਐਂਡ ਇਹੀ ਗੱਲ ਹੈ ਵੀ ਪਿੱਛਾ ਛੁਡਵਾਉਣਾ। ਬਾਕੀ ਹਾਂ ਮੈਨੂੰ ਇਹ ਦੇਖੋ ਜੋ ਤੱਕ ਹੁਣ ਤੱਕ ਆਪਾਂ ਨਾਲ ਜਿੰਨੀਆਂ ਵੀ ਗੱਲ ਜੋ ਵੀ ਇਨਸਾਨ ਆਏ ਜਾਂ ਗੱਲਾਂ ਬਾਤਾਂ ਹੈ ਨਾ ਸਾਂਝੀਆਂ ਹੋਈਆਂ ਜਾਂ ਜੋ ਵੀ ਹੱਡ ਬੀਤੀਆਂ ਜਾਂ ਤੁਸੀਂ ਉਹਨਾਂ ਦਾ ਅਤੀਤ ਲਾ ਲਓ ਨਾ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਉਹਦੇ ਹਿਸਾਬ ਨਾਲ ਤਾਂ ਇਹੀ ਗੱਲ ਇਹੀ ਬਣਦੀ ਆ। ਹੁਣ ਕੱਲ੍ਹ ਨੂੰ ਜਾ ਕੇ ਕੁਝ ਹੋਰ ਹੋਵੇ, ਅਗਲਾ ਕਹੇ ਮੇਰੀ ਮਜਬੂਰੀ ਆ ਜਾਂ ਹੋਰ ਕੋਈ ਬਣਾਵੇ, ਉਹ ਉੱਥੇ ਜਾ ਕੇ ਫਿਰ ਸ਼ਾਇਦ ਅਸੀਂ ਵੀ ਗਲਤ ਪੈ ਸਕਦੇ ਹਾਂ। ਬਟ ਐਕਚੁਅਲ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਵੀ 75% ਗੱਲ ਇਹੀ ਹੈ। ਮੈਂ ਤੁਹਾਡੀ ਗੱਲ ਸਮਝਦਾ ਜੀ, ਬਟ ਜਿਵੇਂ ਦੀ ਉਹ ਹੈਗੀ ਆ ਮਤਲਬ ਚਲੋ ਝੂਠ ਮੈਂ ਚਲੋ ਫੈਮ ਐਸੇ ਬੋਲਦਾ ਵੀ ਝੂਠ ਕੋਈ ਮਜਬੂਰੀ ਹੋ ਗਈ ਇੰਡੀਆ 'ਚ ਰਹਿ ਕੇ, ਚਲੋ ਬਾਹਰ ਵੀ ਮੰਨਦਾ ਵੀ ਉਹਨੂੰ ਅਜਿਹੇ ਬੰਦੇ ਟੱਕਰੇ ਹੋਣਗੇ ਜਿੱਥੇ ਉਹਨੂੰ ਅਜਿਹੀਆਂ ਚੀਜ਼ਾਂ
ਕਰਕੇ ਆਪਣਾ ਖੁਦ ਦਾ ਨੇਚਰ ਚੇਂਜ ਕਰਨਾ ਪਿਆ। ਬਟ ਜਿਵੇਂ ਦਾ ਮੈਂ ਉਹਨੂੰ ਨੋਟਿਸ ਕੀਤਾ ਜੀ ਹੁਣ ਤੱਕ ਮੈਨੂੰ ਲੱਗਦਾ ਨਹੀਂ ਵੀ ਐਵੇਂ ਦਾ ਕੁਛ ਹੈਗਾ ਵਾ, ਕਿਉਂਕਿ ਜਿਵੇਂ ਤੋਂ ਹੈਗੀਆਂ ਨਾ ਜੀ ਲੱਗਦਾ ਨਹੀਂ, ਕਿਉਂਕਿ ਜੇਕਰ ਉਹ ਕਿਸੇ ਹੋਰ ਮੁੰਡੇ ਨੇ ਵੀ ਦੇਖ ਲੈਂਦੀ ਸੀ ਨਾ, ਦੂਰ ਤੋਂ ਜਾਂਦੇ ਤਾਂ ਵੀ ਨਹੀਂ ਵੀ ਪਾ ਲੈਂਦੀ ਸੀ ਉਹ। ਦੇਖੋ ਬ੍ਰਦਰ, ਜਦੋਂ ਬੰਦਾ ਨਾ ਹੁਣ ਦਿੱਲੀ ਏਅਰਪੋਰਟ ਤੋਂ ਜਹਾਜ਼ ਚੜ੍ਹਦਾ ਨਾ, ਤੇ ਉਹਦੇ ਚੜ੍ਹਦੇ ਸਾਰ ਹੀ ਜਦੋਂ ਜਹਾਜ਼ ਮਤਲਬ ਕਿ ਟੇਕ ਆਫ ਕਰ ਲੈਂਦਾ ਤੇ ਤੁਹਾਡੇ ਖੂਨ 'ਚ ਉਹ ਸਿਰ 'ਚ ਨਾ ਖੂਨ ਚੱਲਣ ਲੱਗ ਪੈਂਦਾ ਹੈ। ਪਹਿਲਾਂ ਖੂਨ ਤੁਹਾਡੀ ਬੋਡੀ 'ਚ ਹੁੰਦਾ ਹੈ, ਜਦੋਂ ਤੁਸੀਂ ਹਵਾ 'ਚ ਆ ਜਾਓ ਨਾ ਤੇ ਉਹ ਅਸਰ ਜ਼ਰੂਰ ਕਰਦਾ ਹੈ। ਅਤੇ ਜਦੋਂ ਤੁਸੀਂ ਕਿਸੇ ਨਵੀਂ ਥਾਂ 'ਤੇ ਪਹੁੰਚੋ ਤਾਂ ਤੁਸੀਂ ਇੱਕਦਮ ਇਕੱਲੇ ਹੁੰਦੇ ਹੋ। ਹਾਂਜੀ ਹਾਂਜੀ, ਹੈ ਨਾ, ਕੋਈ ਤੁਹਾਡੇ ਨਾਲ ਨਹੀਂ, ਕੋਈ ਦੇਖ ਨਹੀਂ ਰਿਹਾ, ਕੋਈ ਕੁਝ ਕਹਿ ਨਹੀਂ ਰਿਹਾ, ਉੱਥੇ ਕੋਈ ਕਿਸੇ ਦਾ ਕੋਈ ਨਹੀਂ, ਫੁੱਲ ਤੁਹਾਡੇ ਕੋਲ ਆਜ਼ਾਦੀ ਆ, ਤੁਸੀਂ ਪੂਰੀ ਤਰ੍ਹਾਂ ਆਜ਼ਾਦ ਹੋ। ਤੁਹਾਡਾ ਕੋਈ ਫੈਮਿਲੀ ਉੱਥੇ ਨਾਲ ਨਹੀਂ, ਤੁਹਾਡਾ ਕੋਈ ਫਰੈਂਡ ਉੱਥੇ ਨਾਲ ਨਹੀਂ, ਕੋਈ ਕੁਝ ਨਹੀਂ ਕਹਿ ਹੀ ਨਹੀਂ ਸਕਦਾ ਤੁਹਾਨੂੰ, ਈਵਨ ਪਿੱਛੇ ਮੈਂ ਜੋ ਮਰਜ਼ੀ ਕਹੀ ਚੱਲਾਂ, ਹੈ ਨਾ। ਬਾਕੀ ਹਾਂ, ਮੈਂ ਇਹ ਨਹੀਂ ਕਹਿੰਦਾ ਵੀ ਸਾਰੀ ਗਲਤ ਆ ਜਾਂ ਉਹ ਕੁੜੀ ਜਿਹਦੀ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹ ਗਲਤ ਹੋਊਗੀ, ਹੈ ਨਾ। ਬਟ ਗੱਲ ਇਹ ਆ ਵੀ ਆਪਾਂ ਇਹ ਗੱਲਾਂ ਕਹਿੰਦੇ ਆ ਵੀ ਹਾਂ ਵੀ ਉਹ ਐਵੇਂ ਨਹੀਂ ਹੋਊਗੀ ਜਾਂ ਨਹੀਂ ਹੋਊਗਾ, ਹੈ ਨਾ। ਇਹ ਕਿਉਂ ਕਹਿੰਦੇ ਆ, ਜਿਹੜਾ ਟਾਈਮ ਉਹ ਸਾਡੇ ਨਾਲ ਸਪੈਂਡ ਕੀਤਾ ਹੁੰਦਾ ਉਹ ਸਾਡੀ ਅੱਖਾਂ ਸਾਹਮਣੇ ਹੁੰਦਾ ਹੈ ਨਾ। ਅਤੇ ਉਹ ਰਿਲੇਸ਼ਨਸ਼ਿਪ 3 ਸਾਲ 4 ਸਾਲ 5 ਸਾਲ ਉਹ ਸਾਡੇ ਨਾਲ ਆ, ਸਾਡੇ ਅੱਖਾਂ ਸਾਹਮਣੇ ਆ। ਅਸੀਂ ਮਹੀਨੇ 2 ਮਹੀਨੇ ਹਫ਼ਤੇ 2 ਹਫ਼ਤੇ ਬਾਅਦ ਮਿਲਦੇ ਹਾਂ, ਦੇਖਦੇ ਹਾਂ, ਹੈ ਨਾ, ਵੀ ਸਾਡੀ ਰੂਟੀਨ ਦੇ ਵਿੱਚ ਗੱਲ ਹੁੰਦੀ ਆ। ਹੁਣ ਆਪਾਂ ਦੇਖੋ ਉਹ ਚੀਜ਼ਾਂ ਤੋਂ ਹੌਲੀ ਹੌਲੀ ਸਾਰਾ ਕੁਝ ਟੁੱਟ ਜਾਂਦਾ ਹੈ। ਮੈਂ ਇਹ ਨਹੀਂ ਕਹਿੰਦਾ ਵੀ ਦੇਖੋ ਚਲੋ ਮਜਬੂਰੀਆਂ ਨੇ, ਬੰਦਾ ਉੱਥੇ ਜਾ ਕੇ ਉਹਨੇ ਜ਼ੀਰੋ ਤੋਂ ਸਟਾਰਟ ਕਰਨਾ ਸਾਰਾ ਕੁਝ, ਨਾ ਉਹਦੇ ਕੋਲ ਘਰ ਆ, ਨਾ ਰਹਿਣ ਨੂੰ ਥਾਂ ਆ, ਨਾ ਖਾਣ ਨੂੰ ਖਾਣਾ ਆ, ਠੀਕ ਆ, ਨਾ ਕਰਨ ਨੂੰ ਕੰਮ ਆ, ਬਸ ਉਹਦੇ ਕੋਲ ਹੈ ਕੀ ਆ, ਇੱਕ ਕਾਲਜ ਜਿੱਥੇ ਉਹ ਸਟੱਡੀ ਕਰ ਸਕਦਾ। ਹਰੇਕ ਚੀਜ਼ ਮੈਨੇਜ ਕਰਨੀ ਆ, ਬੈਲੈਂਸ ਕਰਨਾ ਆ, ਉਹਦੇ ਲਈ ਟਾਈਮ ਚਾਹੀਦਾ ਆ, ਮਜਬੂਰੀ ਹੈਗੀ ਆ। ਬਟ ਹਾਂ, ਜੇ ਤੁਹਾਡਾ ਰਿਲੇਸ਼ਨਸ਼ਿਪ ਆ ਜੋ ਵੀ ਐਜ਼ ਇਟ ਹੈਗਾ ਆ, ਤੁਸੀਂ ਉਹਨੂੰ ਦੇਖੋ। ਹੁਣ ਐਂ ਤਾਂ ਹੈ ਨਹੀਂ ਵੀ ਆਪਣੇ ਘਰ 'ਚ ਮੈਂ ਐਗਜ਼ਾਮਪਲ ਲੈ ਕੇ ਚੱਲਦਾ ਵੀ ਸਾਡੇ ਮੰਮੀ ਡੈਡੀ ਆ ਜਾਂ ਅਸੀਂ ਆ ਨਾ, ਅਤੇ ਕੋਈ ਪ੍ਰੋਬਲਮ ਆਉਂਦੀ ਆ, ਹੁਣ ਸਾਡੇ ਮੰਮੀ ਡੈਡੀ ਸਾਨੂੰ ਥੋੜ੍ਹੀ ਛੱਡ ਦੇਣਗੇ ਜਾਂ ਮੈਂ ਆਪਦੇ ਮੰਮੀ ਡੈਡੀ ਨੂੰ ਥੋੜ੍ਹੀ ਛੱਡ ਦੂੰਗਾ। ਜੇ ਕੋਈ ਮੈਨੂੰ ਕੋਈ ਪ੍ਰੋਬਲਮ ਹੋਊਗੀ ਆ ਤਾਂ ਬਹਿ ਕੇ ਅਸੀਂ ਡਿਸਕਸ ਕਰ ਲਾਂਗੇ ਵੀ ਆਹ ਚੀਜ਼ ਆ ਅਤੇ ਇੱਦਾਂ ਹੱਲ ਹੋਊਗੀ। ਹਾਂਜੀ, ਇਹੀ ਗੱਲ ਮੈਂ ਕਹਿੰਦਾ ਸੀ ਵੀ ਜੋ ਵੀ ਪ੍ਰੋਬਲਮਸ ਆਉਂਦੀਆਂ ਨੇ, ਮਤਲਬ ਜੇਕਰ ਟਾਈਮ ਮੈਨੇਜਮੈਂਟ ਦੀ ਦਿੱਕਤ ਆਉਂਦੀ ਹੈ ਤਾਂ ਮੈਨੂੰ ਦੱਸੋ, ਜਿਵੇਂ ਵੀ ਹੋਊਗਾ ਮੈਂ ਕਰੂੰਗਾ ਖੁਦ ਨੂੰ, ਮਤਲਬ ਜੋ ਵੀ ਸੈਕਰੀਫਾਈਸ ਕਰਨੇ ਹੋਣਗੇ ਮੈਂ ਖੁਦ ਕਰ ਲੂੰਗਾ। ਬਟ ਤੁਸੀਂ ਮੈਨੂੰ ਦੱਸੋ ਵੀ ਕੀ ਦਿੱਕਤ ਆਉਂਦੀ ਆ, ਮੈਂ ਜੋ ਵੀ ਪ੍ਰੋਬਲਮਸ ਨੇ। ਹਾਂ, ਇਹ ਹੁਣ ਬੰਦੇ ਇਹੀ ਆ। ਹੁਣ ਦੇਖੋ ਤੁਸੀਂ ਤਾਂ ਆਪਦੇ ਵੱਲੋਂ ਜੋ ਵੀ ਤੁਹਾਡਾ 100% ਆ ਉਹ ਤੁਸੀਂ ਦੇ ਚੁੱਕੇ ਹੋ ਜਾਂ ਦੇ ਰਹੇ ਹੋ, ਹੈ ਨਾ, ਅਤੇ ਇਹ 'ਚ ਕੋਈ ਹੈ ਹੀ ਨਹੀਂ, ਹੈ ਨਾ, ਸ਼ਿਕਵਾ ਵੀ ਆਪਾਂ ਕਹਿ ਸਕੀਏ ਵੀ ਤੁਸੀਂ ਕੋਈ ਗੱਲ ਲੁਕਾਓਗੇ ਜਾਂ ਕਰ ਗਏ ਇੱਦਾਂ ਜੋ ਵੀ ਉਹਦੇ ਨਾਲ ਰਿਲੇਸ਼ਨਸ਼ਿਪ ਹੋ, ਜਾਂ ਤਾਂ ਉਹਦੀ ਫੈਮਿਲੀ ਨੂੰ ਪਤਾ ਹੀ ਹੋਊਗਾ ਜਿਹੜਾ ਕੁਝ ਤੁਸੀਂ ਕੀਤਾ ਹੈ, ਉਹ ਇਨਸਾਨ ਨੂੰ ਵੀ ਪਤਾ ਹੀ ਹੋਊਗਾ ਕੀ ਕੀਤਾ ਕੀ ਨਹੀਂ ਕੀਤਾ। ਉਹ ਤਾਂ ਜੀ ਭਾਜੀ ਜੇਕਰ ਬੋਲੂਗੀ ਨਾ ਵੀ ਮੈਂ ਯਾਰ ਕੀ ਕੁਝ ਨਹੀਂ ਕੀਤਾ ਤੇਰੇ ਲਈ, ਮਤਲਬ ਆਪਣੇ ਖੁਸ਼ੀਆਂ ਤੇ ਕੀਤੀਆਂ, ਕਿ ਤੇਰੀ ਫੈਮਿਲੀ ਦੀ ਇੱਜ਼ਤ ਨਾ ਹੋਵੇ, ਮੈਂ ਤੈਨੂੰ ਕਦੇ ਮਿਲਿਆ ਨਹੀਂ ਚੱਜਦਾ, ਤਾਂ ਇਹ ਗੱਲਾਂ ਮੈਂ ਸਭ ਬੋਲਦਾ ਜੀ ਉਹਨਾਂ ਨੂੰ। ਤਾਂ ਇੱਕੋ ਗੱਲ ਸੁਣਨ ਨੂੰ ਮਿਲਦੀ ਆ ਵੀ ਅਹਿਸਾਨ ਕੀਤਾ ਕੋਈ, ਇਹ ਅਹਿਸਾਨ ਜਤਾ ਰਹੇ ਹੁਣ ਮੇਰੇ ਲਈ। ਦੇਖੋ ਐਟ ਦੀ ਐਂਡ ਹੈ ਨਾ, ਫਿਰ ਇਹ ਇਨਸਾਨ ਇੱਦਾਂ ਹੀ ਗੱਲ ਹੁੰਦੀ ਆ ਵੀ ਬੰਦਾ ਕਹਿੰਦਾ ਵੀ ਤੂੰ ਮੈਨੂੰ ਪੈਸੇ ਦੇ ਕੇ ਖਰੀਦਣਾ ਚਾਹੁੰਦਾ ਹੈ। ਇਹ ਤਾਂ ਗੱਲ ਬੋਲੀ ਜੀ, ਬਟ ਜੇਕਰ ਇੱਕ ਮੇਰੀ ਗੱਲ ਸੁਣੋ ਭਾਜੀ, ਜੇਕਰ ਇੱਕ ਮੁੰਡਾ ਆਪਣੀ ਆਈ ਤੇ ਆਇਆ ਵੀ ਤਾਂ ਕੀ ਕੁਝ ਨਹੀਂ ਕਰ ਸਕਦਾ, ਕੁਛ ਵੀ ਨਹੀਂ। ਉਹ ਮੈਨੂੰ ਪਤਾ ਕੀ ਕਹਿੰਦੇ ਵੀ ਤੇਰੇ ਕੋਲ ਮੇਰੀ ਵੀਡੀਓਜ਼ ਨੇ, ਫੋਟੋਜ਼ ਨੇ, ਚੈਟਸ ਪਈ ਹੈ, ਕੁਝ ਵੀ ਪਿਆ ਤੇਰੇ ਕੋਲ, ਤੂੰ ਮੈਨੂੰ ਕਹਿੰਦੇ ਤੂੰ ਇੰਟਰਨੈਟ ਤੇ ਪਾ ਦੇ, ਤੂੰ ਮੈਨੂੰ ਬਦਨਾਮ ਕਰ ਸਕਦਾ। ਮਤਲਬ ਬੰਦਾ ਇੰਨੀ ਘਟੀਆ ਸੋਚ ਰੱਖਦਾ ਵੀ ਮੇਰਾ ਤੂੰ 3 ਸਾਲ ਰਿਹਾ ਹੈ, ਤੈਨੂੰ ਮੇਰੀ ਸੋਚ ਦਾ ਪਤਾ ਤਾਂ ਹੋਵੇ ਮੈਂ ਕਿਵੇਂ ਦਾ। ਦੇਖੋ ਹਰ ਇਨਸਾਨ ਉਹ ਚੀਜ਼ਾਂ ਲਈ ਨਹੀਂ ਹੁੰਦਾ ਵੀ ਬਦਨਾਮ ਕਰਨਾ, ਅਤੇ ਕਹਿਣ ਦਾ ਮਤਲਬ ਵੀ ਤੁਸੀਂ ਕਹਿੰਦੇ ਹੋ ਵੀ ਹੈ ਨਾ ਵੀ ਹਰ ਮੁੰਡਾ ਵੀ ਇਹੋ ਜਿਹਾ ਨਹੀਂ ਹੁੰਦਾ ਕਿ ਉਹਨੂੰ ਫਿਜ਼ੀਕਲੀ ਰਿਲੇਸ਼ਨਸ਼ਿਪ ਚਾਹੀਦਾ ਆ, ਹੈ ਨਾ। ਜੋ ਮੈਂ ਸਿੱਧੀ ਜੋ ਅੱਜ ਕੱਲ੍ਹ ਚੱਲਦਾ ਹੈ ਨਾ, ਮੈਂ ਡਾਇਰੈਕਟਲੀ ਕਹਿਣ 'ਚ ਮੈਨੂੰ ਕੋਈ ਲਕੋ ਛਪੋ ਨਹੀਂ, ਕੋਈ ਡਰ ਨਹੀਂ। ਅਸੀਂ ਬਿਨਾਂ ਫਿਜ਼ੀਕਲ ਤੱਕ ਨਹੀਂ ਹੁੰਦੇ, ਅਜਿਹਾ ਕੁਛ ਵੀ ਨਹੀਂ ਹੈ ਸਾਡੇ 'ਚ। ਮਤਲਬ ਸਾਡਾ
ਬਿਲਕੁਲ ਇੱਕਦਮ ਸਾਨੂੰ ਇਹ ਸੀਗਾ ਵੀ ਜੋ ਸਾਡੇ ਕੁਝ ਹੋਗਾ ਤਾਂ ਮੈਰਿਜ ਤੋਂ ਬਾਅਦ ਹੋਊਗਾ। ਨਹੀਂ ਵਧੀਆ, ਦੇਖੋ ਮੈਂ ਇਹੀ ਗੱਲ ਕਹਿ ਰਿਹਾ ਨਾ ਵੀ ਹਰ ਕੋਈ ਉਹ ਚੀਜ਼ ਲਈ ਨਹੀਂ ਕਰਦਾ। ਕੁਝ ਨਾ ਬੰਦਾ ਕਹਿੰਦਾ ਵੀ ਹਾਂ ਵੀ ਜਿਹੜਾ ਪਿਆਰ ਆ ਜਾਂ ਕੋਈ ਰਿਲੇਸ਼ਨਸ਼ਿਪ ਆ ਇਹ 'ਚ ਇਹ ਗੱਲ ਨਹੀਂ ਹੈਗੀ ਕਿ ਆਪਾਂ ਫਿਜ਼ੀਕਲੀ ਹੋਣਾ ਹੈ। ਚਲੋ ਠੀਕ ਆ, ਕੋਈ ਹੁੰਦਾ ਆ ਉਹ ਉਹਦੀ ਆਪ ਦੀ ਅੰਡਰਸਟੈਂਡਿੰਗ ਹੈ ਹੈ ਨਾ, ਜੋ ਦੋਨਾਂ ਦੀ ਹੋਏ ਹੈ ਨਾ, ਉਹ ਆਪ ਦੀ ਅੰਡਰਸਟੈਂਡਿੰਗ ਹੈ। ਆਪਾਂ ਕਿਸੇ ਨੂੰ ਸਹੀ ਜਾਂ ਗਲਤ ਨਹੀਂ ਇਹ ਮਾਮਲੇ 'ਚ ਕਹਿੰਦੇ ਵੀ ਗਲਤ ਆ ਜਾਂ ਸਹੀ ਆ ਜਾਂ ਕੀ ਆ। ਹਰੇਕ ਦੇ ਆਪਦੇ ਖਿਆਲ ਨੇ ਇਸ ਚੀਜ਼ ਨੂੰ ਲੈ ਕੇ, ਹੈ ਨਾ। ਹਾਂ ਦੇਖੋ, ਜੋ ਤੁਸੀਂ ਪਲੈਨਿੰਗ ਕਰਕੇ ਚੱਲਦੇ ਹੋ ਨਾ ਇਨ ਫਿਊਚਰ ਲਈ, ਉਹ ਤੁਹਾਨੂੰ ਪਤਾ ਆ ਤੁਸੀਂ ਕਿਵੇਂ ਲੋਇਲ ਹੋ ਉਹ ਚੀਜ਼ ਲਈ, ਹੈ ਨਾ। ਅਤੇ ਅੱਜ ਦੇ ਟਾਈਮ ਦੇ ਵਿੱਚ ਦੇਖੋ ਇਹ ਚੀਜ਼ਾਂ ਕਰਨੀਆਂ ਕੋਈ ਬੰਦੇ ਨੂੰ ਔਖੀਆਂ ਨਹੀਂ, ਬਹੁਤ ਸੌਖੀਆਂ ਨਹੀਂ ਅੱਜ ਕੱਲ੍ਹ। ਬਿਲਕੁਲ ਜੇ ਇੱਕ ਜੇ ਇੱਕ ਕਹਿੰਦੇ ਆ ਨਾ ਵੀ ਹਰੇਕ ਸਟੋਰੀ 'ਚ ਮੈਂ ਦੇਖਿਆ ਆ ਕਿ ਕੁੜੀਆਂ ਵੱਲੋਂ ਇਹ ਬਲੇਮ ਕੀਤਾ ਜਾਂਦਾ ਵੀ ਮੁੰਡੇ ਕਹਿੰਦੇ ਮੁੰਡੇ ਨਹੀਂ। ਮੈਂ ਆਪਦੀ ਜ਼ਿੰਦਗੀ 'ਚ ਉਹ ਚੀਜ਼ਾਂ ਵੀ ਦੇਖੀਆਂ ਜਿੱਥੇ ਕੁੜੀਆਂ ਵੀ ਕਹਿੰਦੀਆਂ ਨੇ। ਈਵਨ ਆਫਟਰ ਮੈਰਿਜ ਵੀ, ਚਾਹੇ ਉਮਰ ਛੋਟੀ ਆ ਤੇ ਜ਼ਿੰਦਗੀ ਨੇ ਜੋ ਵੀ ਸਿਖਾਇਆ ਆ ਜਾਂ ਜੋ ਵੀ ਜਿੱਥੇ ਜਿਹੜੇ ਇਨਸਾਨਾਂ ਨਾਲ ਮਿਲੇ ਹਨ ਅਤੇ ਜਾਂ ਜਿਨ੍ਹਾਂ ਨਾਲ ਵੀ ਗੱਲਾਂ ਬਾਤਾਂ ਹੋਈਆਂ ਜਾਂ ਉਹਨਾਂ ਨੇ ਆਪਦਾ ਅਤੀਤ ਦੱਸਿਆ ਜਾਂ ਆਪਾਂ ਜੋ ਅੱਜ ਚੱਲ ਰਿਹਾ ਉਹ ਦੇਖਦੇ ਹਾਂ ਆਪਦੀ ਅੱਖੀਂ, ਤਾਂ ਸਭ ਕੁਝ ਬੰਦੇ ਨੂੰ ਐਂ ਲੱਗਦਾ ਵੀ ਹਾਂ ਇਹ ਵੀ ਚੀਜ਼ਾਂ ਹੈਗੀਆਂ ਵੀ ਆਪਾਂ ਇੱਕ ਪਾਸਾ ਦੇਖ ਕੇ ਚੱਲਦੇ ਹਾਂ, ਦੂਜਾ ਪਾਸਾ ਕਦੀ ਨਹੀਂ ਦੇਖਦੇ। ਹੁਣ ਤੁਸੀਂ ਵੀ ਇੱਕ ਪਾਸਾ ਉਹਦਾ ਦੇਖਿਆ, ਦੂਜਾ ਪਾਸਾ ਦੇਖਿਆ ਹੀ ਨਹੀਂ। ਤੁਸੀਂ ਤਾਂ ਸਿਰਫ ਇੱਥੇ ਤੱਕ ਵਾਲਾ ਦੇਖਿਆ ਸੀ ਜਦੋਂ ਉਹ ਤੁਹਾਡੇ ਸਾਹਮਣੇ। ਹਾਂਜੀ, ਮੈਨੂੰ ਤਾਂ ਦੂਜਾ ਪਤਾ ਹੀ ਨਹੀਂ ਸੀਗਾ ਵੀ ਐਵੇਂ ਵੀ ਨਿਕਲ ਸਕਦਾ ਬੰਦਾ, ਹੈ ਨਾ। ਹਾਂਜੀ ਭਾਜੀ, ਉਹਨੇ ਮੈਨੂੰ ਬੋਲਿਆ ਸੀ, ਉਹਨੇ ਜਨਵਰੀ 'ਚ ਮੈਨੂੰ ਬੋਲਿਆ ਸੀ, ਕਹਿੰਦੀ ਤੂੰ ਆ ਜਾ, ਆਪਾਂ ਇਕੱਠੇ ਕੰਮ ਕਰਾਂਗੇ ਤੇ ਇਕੱਠੇ ਰਹਿ ਲਾਂਗੇ। ਤਾਂ ਦੇਖੋ ਮੇਰੇ ਐਗਜ਼ਾਮ ਸੀ, ਮੈਂ ਦਸੰਬਰ 'ਚ ਐਗਜ਼ਾਮ ਸੀ ਮੇਰਾ ਭਾਜੀ, ਲਾਸਟ ਈਅਰ ਦਾ B.Pharm ਦਾ। ਅੱਛਾ ਜੀ। ਮੈਂ ਦਸੰਬਰ 'ਚ ਆਪਣੇ 7th ਸਮੈਸਟਰ ਦੇ ਐਗਜ਼ਾਮ ਦਿੱਤੇ, ਮੈਂ ਪੀਟੀ ਦੀ ਤਿਆਰੀ ਕਰਤੀ, ਮੇਰਾ ਸਕੋਰ ਆ ਗਿਆ। ਠੀਕ ਹੈ ਜੀ। 15-20 ਦਿਨਾਂ 'ਚ ਮੇਰਾ ਸਕੋਰ ਆ ਗਿਆ ਤੇ ਮੈਂ ਆਪਣੀ ਫਾਈਲ ਲਗਾਉਣੀ ਚਾਹੀ। ਉਸ ਤੋਂ ਬਾਅਦ ਇਹ ਆ ਗਿਆ, ਲੋਕਡਾਊਨ ਲੱਗ ਪਿਆ। ਅੱਛਾ ਜੀ। ਮੈਂ ਹੁਣ ਤੱਕ ਤਾਂ ਚਲੇ ਜਾਣਾ ਸੀਗਾ ਜੀ, ਅਜੇ ਤਾਂ ਕੋਈ ਗੱਲ ਨਹੀਂ ਆ, ਬਟ ਉਹ ਬੰਦੇ ਨੇ ਮੇਰੇ ਜਾਣ ਤੋਂ ਪਹਿਲਾਂ ਹੀ ਥੋੜੇ ਦਿਨ ਪਹਿਲਾਂ ਮੇਰੀ ਗੱਲ ਹੋਈ ਸੀ, ਮੈਂ ਉਹਨੂੰ ਬੋਲਿਆ ਵੀ ਤੂੰ ਮੈਨੂੰ ਮਾਰਚ ਤੱਕ ਦਾ ਟਾਈਮ ਦੇ ਦੇ। ਅੱਛਾ ਜੀ। ਵੀ ਮੈਂ ਸਭ ਕੁਝ ਸੌਟ ਆਊਟ ਕਰ ਲੂੰਗਾ। ਅੱਛਾ ਜੀ। ਉਹ ਕਹਿੰਦੀ ਵੀ ਕਿਹਦੇ ਲਈ? ਮੈਂ ਕਿਹਾ ਆਪਣੀ ਇੱਕ ਰਿਲੇਸ਼ਨਸ਼ਿਪ ਆ, ਆਪਾਂ ਉਹਨੂੰ ਕੰਟੀਨਿਊ ਰੱਖ ਸਕਦੇ ਆ, ਜੇ ਕੁਝ ਵੀ ਨਹੀਂ ਹੋਇਆ, ਕੁਝ ਵੀ ਨਹੀਂ ਵਿਗੜਿਆ ਜੇ ਹਾਲੇ। ਹਾਂਜੀ। ਤਾਂ ਉਹ ਕਹਿੰਦੀ ਵੀ ਮੇਰੀ ਇੰਗੇਜਮੈਂਟ ਹੋ ਚੁੱਕੀ ਆ। ਤਾਂ ਮੈਂ ਕਿਹਾ ਇਹ ਗੱਲ ਤਾਂ ਸਿਰਫ ਝੂਠ ਆ, ਤੂੰ ਪਿਛਲੇ 15 ਦਿਨ ਤੋਂ ਇੱਕ ਝੂਠਾ ਲੱਭ ਰਹੀ ਹੈ। ਇਹੀ ਗੱਲ ਕਹਿੰਦੀ ਮੇਰੇ ਪਾਪਾ ਨੂੰ ਫੋਨ ਕਰ ਦੇ। ਮੈਂ ਘਰੇ ਵੀ ਫੋਨ ਕੀਤਾ ਜੀ, ਫਿਰ ਜਦੋਂ ਘਰੇ ਆਈ ਗੱਲ ਤੁਹਾਨੂੰ ਮਿਲਦੀ ਆ, ਇੱਕ ਤਾਂ ਉਹਦਾ ਮੇਨ ਮੋਟਿਵ ਸੀ ਮੇਰੇ ਪਾਪਾ ਨੂੰ ਫੋਨ ਕਰੇ, ਮੈਨੂੰ ਕੋਈ ਗੱਲ ਮੇਰੇ ਲੜਨ ਨਾਲ, ਤੈਨੂੰ ਮੇਰੇ ਤੇ ਟਰਸਟ ਨਹੀਂ ਹੈ, ਤੂੰ ਮੇਰੇ ਪਾਪਾ ਨੂੰ ਪੁੱਛਣਾ ਇਹ ਗੱਲ। ਤੁਹਾਨੂੰ ਪਤਾ ਹੀ ਕੁੜੀਆਂ ਤਾਂ ਇੱਕ ਪੁਆਇੰਟ ਹੀ ਚਾਹੀਦਾ ਹੁੰਦਾ ਲੜਨ ਲਈ। ਬਸ ਮੈਂ ਉਹਦੇ ਪਾਪਾ ਨੂੰ ਤਾਂ ਨਹੀਂ 15 ਦਿਨ ਪਹਿਲਾਂ ਫੋਨ ਕੀਤਾ ਸੀ, ਤੇ ਮੈਂ ਹੁਣ ਕੀਤਾ ਤਾਂ ਮੈਨੂੰ ਆਹੀ ਗੱਲ ਸੁਣਨ ਨੂੰ ਮਿਲੀ ਕਿ ਅਜਿਹਾ ਕੁਛ ਵੀ ਨਹੀਂ ਆ। ਤੇ ਦੂਜੀ ਗੱਲ, ਜਿਹੜੇ ਵੀਰੇ ਕੋਲੇ ਰਹਿੰਦੀ ਸੀਗੀ ਨੋਨ ਨੇ ਮੇਰੇ, ਹਾਂਜੀ, ਉਹ ਕਹਿੰਦੀ ਵੀ ਮੈਂ ਉਹਨਾਂ ਦਾ ਘਰ ਛੱਡਤਾ ਤੇ ਮੈਂ ਜਿੱਥੇ ਮੇਰਾ ਰਿਸ਼ਤਾ ਉਹਨਾਂ ਦੀ ਫੈਮਿਲੀ ਨਾਲ ਰਹਿੰਦੀ ਆ, ਉਹਨਾਂ ਦੀ ਫੈਮਿਲੀ ਇੰਡੀਆ 'ਚ ਰਹਿੰਦੀ ਹੈ ਤੇ ਮੁੰਡਾ ਵੀ ਇੰਡੀਆ 'ਚ ਹੀ ਆ, ਜੇ ਤੇਰਾ ਰਿਸ਼ਤਾ ਵੀ ਹੋਇਆ ਨਾ ਉਹ ਇੰਡੀਆ 'ਚ ਹੀ ਆ। ਅੱਛਾ ਜੀ। ਕਿਵੇਂ ਐਵੇਂ ਮਤਲਬ ਹੱਦ ਹੁੰਦੀ ਹੈ। ਉਹ ਵੀਰਾ ਕਹਿੰਦਾ ਵੀ ਮੇਰੇ ਨਾਲ ਹੀ ਰਹਿੰਦੀ ਹੈ ਐਸੀ ਆ। ਅੱਛਾ ਜੀ। ਕੁਛ ਨਹੀਂ ਸਮਝ ਲੱਗ ਰਿਹਾ ਕਿ ਮੈਂ ਕੀ ਕਰਾਂ, ਕਿਹੜੀ ਗੱਲ ਤੇ ਯਕੀਨ ਕਰਾਂ, ਕਿਹੜੀ ਤੇ ਨਾ ਕਰਾਂ। ਮੈਂ ਨਾ ਤੁਹਾਨੂੰ ਇੱਕ ਹੁਣ ਲਾਸਟ ਮੇਰੇ ਕੋਲ ਇੱਕ ਕਿਸੇ ਕੁੜੀ ਨੇ ਨਾ ਉੱਥੋਂ ਆਸਟ੍ਰੇਲੀਆ PR ਨੇ, ਹੈ ਨਾ, ਉਹਨਾਂ ਨੇ ਮੈਰਿਡ ਸੀ, ਉਹਨਾਂ ਨੇ ਮੈਨੂੰ ਇੱਕ ਗੱਲ ਦੱਸੀ, ਕਹਿੰਦੀ ਵੀ ਸਾਡੇ ਇੱਥੇ ਇੱਕ ਕੁੜੀ ਹੈਗੀ, ਹੈ ਨਾ, ਅਤੇ ਕਹਿੰਦੀ ਸਾਡੇ ਨਾਮ 'ਚ ਸੀ, ਹੈ ਨਾ ਵੀ, ਅਤੇ ਚਲੋ ਉਹਦੇ ਘਰਦਿਆਂ ਨੇ ਕਿਹਾ ਵੀ ਸਾਡੀ ਕੁੜੀ ਨੂੰ ਸਾਂਭ ਲਿਓ, ਹੈ ਨਾ, ਵੀ ਰੱਖ ਲਿਓ ਜਿੱਦਾਂ ਵੀ ਆ, ਅਤੇ ਚਲੋ ਕਹਿੰਦੀ ਵੀ ਅਸੀਂ ਰੱਖਿਆ, ਹੈ ਨਾ, ਸਭ ਕੁਝ ਕੀਤਾ। ਅਤੇ ਕਹਿੰਦੀ ਈਵਨ ਉਹ ਇੰਡੀਆ ਦੇ ਵਿੱਚ ਮੈਰਿਜ ਕਰਵਾ ਕੇ ਆਈ ਸੀ, ਹੈ ਨਾ, ਅਤੇ ਉਹਦੇ ਹਸਬੈਂਡ ਨੇ ਚਲੋ ਬਾਅਦ 'ਚੋਂ ਜੋ ਵੀ ਕੋਈ ਈਵਨ ਸਪਾਊਸ ਕੇਸ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਸੇਮ ਟਾਈਮ ਆਪਾਂ ਜਾ ਸਕਦੇ ਹਾਂ, ਹੈ ਨਾ, ਚਲੋ ਕੋਈ ਨਾ ਕੋਈ ਦਿੱਕਤ ਹੋਊਗੀ ਤਾਂ ਉਹਦਾ ਹਸਬੈਂਡ ਨਾਲ ਨਹੀਂ ਗਿਆ, ਹੈ ਨਾ। ਅਤੇ ਉਹ ਕਹਿੰਦੀ ਵੀ ਇਹ ਕੁੜੀ ਦੇਖੋ ਇੱਥੇ ਆਈ, ਸਾਡੇ ਕੋਲ ਰਹੀ, ਅਤੇ ਉਹ ਕੁੜੀ ਦੇ ਹਾਲ ਚਾਲ ਸਭ ਬਦਲ ਗਿਆ। ਉਹ ਮੈਰਿਡ ਸੀ
ਤਾਂ ਵੀ ਉਹ ਇੱਥੇ ਆ ਕੇ ਵੀ ਉਹਨੇ 2-2 3-3 ਮੁੰਡਿਆਂ ਨਾਲ ਰਿਲੇਸ਼ਨਸ਼ਿਪ ਰੱਖੀ। ਹੁਣ ਤੁਸੀਂ ਆਪ ਦੱਸ ਦਿਓ ਵੀ ਉਹ ਕੁੜੀ ਹੋ ਕੇ ਕੁੜੀ ਬਾਰੇ ਦੱਸ ਰਹੀ ਆ। ਜੇ ਉਹਨੂੰ ਐ ਹੋਊਗਾ ਵੀ ਜੇ ਮੈਂ ਕੁੜੀ ਆਪ ਆ ਇੱਕ ਕੁੜੀ ਬਾਰੇ ਦੱਸੂੰ ਤਾਂ ਬਦਨਾਮੀ। ਪਰ ਗੱਲ ਇਹ ਗੱਲ ਨਹੀਂ ਹੈਗੀ ਵੀ ਹੈ ਨਾ ਵੀ ਤੁਸੀਂ ਕਿਸੇ ਨੂੰ ਗਲਤ ਸਾਬਤ ਕਰ ਰਹੇ ਹੋ ਜਾਂ ਕੁਝ ਵੀ ਹੈ ਨਾ, ਪਰ ਗੱਲ ਇਹ ਆ ਵੀ ਸੱਚ ਦੱਸਣ ਦੀ ਕੀ ਆ, ਵੀ ਸੱਚ ਕੀ ਆ। ਦੇਖੋ ਸਾਰੇ ਇਹ ਨਹੀਂ ਹੁੰਦੇ ਵੀ ਸਾਰੇ ਜਾ ਕੇ ਐਵੇਂ ਹੀ ਕਰਦੇ ਆ, ਜਾਂ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਉਹ ਐਵੇਂ ਕਰ ਰਹੀ ਹੋਵੇ। ਬਟ ਗੱਲ ਇਹ ਆ ਵੀ ਰਿਐਲਿਟੀ ਜੋ ਆ ਆਪਾਂ ਐਜ਼ ਇਟ ਸ਼ੇਅਰ ਕਰ ਸਕਦੇ ਹਾਂ ਇੱਕ ਦੂਜੇ ਨਾਲ। ਆਪਾਂ ਇਹ ਸੋਚ ਕੇ ਕਰ ਸਕਦੇ ਹਾਂ ਵੀ ਚਲੋ ਆਪਾਂ ਇੰਨੇ ਰਿਲੇਸ਼ਨਸ਼ਿਪ ਨਹੀਂ ਹੈਗੇ, ਇੱਕ ਫਰੈਂਡ ਤਾਂ ਹੈਗੇ ਆ। ਹਾਂਜੀ, ਜੇ ਤੁਸੀਂ ਇੱਕ ਫਰੈਂਡ ਮੰਨ ਕੇ ਉਹਨਾਂ ਦੀ ਕੋਈ ਔਖੇ ਟਾਈਮ ਮਜਬੂਰੀ ਦੇ ਵਿੱਚ ਕੋਈ ਸਾਥ ਦਿੱਤਾ, ਤੇ ਹੁਣ ਵੀ ਹੋ ਸਕਦਾ ਆ ਵੀ ਚਲੋ ਜੋ ਵੀ ਪ੍ਰੋਬਲਮ ਆ ਮਜਬੂਰੀ ਆਪਾਂ ਬਹਿ ਕੇ ਸੌਲਟ ਆਊਟ ਕਰ ਸਕਦੇ ਹਾਂ। ਹਾਂਜੀ, ਮੈਂ ਬੋਲਿਆ ਜੀ, ਮੈਂ ਤਾਂ ਇਹੀ ਤੁਹਾਨੂੰ ਦੱਸਦਾ ਵੀ ਹਾਂ ਵੀ ਤੁਸੀਂ ਇੱਕ ਵਾਰੀ ਉਹਨਾਂ ਨੂੰ ਫੇਰ ਪੁੱਛੋ ਵੀ ਹਾਂ ਵੀ ਕੀ ਐਕਚੁਅਲੀ ਕੀ ਚਾਹੁੰਦੇ ਹੋ, ਕੀ ਨਹੀਂ, ਵੀ ਜਾਂ ਤਾਂ ਮੈਂ ਤੈਨੂੰ ਨਾ ਬੁਲਾਵਾਂ ਹੈ ਨਾ, ਵੀ ਜਾਂ ਜੋ ਵੀ ਜਿੱਦਾਂ ਵੀ ਜੋ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਤੂੰ ਚਾਹੁੰਦੀ ਹੈ ਵੀ, ਜਾਂ ਜੋ ਵੀ ਤੇਰਾ ਫੈਸਲਾ ਇੱਕੋ ਵਾਰੀ ਕਲੀਅਰ ਕਰ ਦੇਣਾ। ਫਿਰ ਐਵੇਂ ਨਾ ਤੁਹਾਡੇ ਦਿਲ 'ਚ ਹੋਊਗਾ ਨਾ ਹੁਣ ਤੁਹਾਡੇ ਦਿਲ 'ਚ ਇਹੀ ਆ ਵੀ ਹਾਂ 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 ਹੈਗਾ ਹੈ ਨਾ, ਅਤੇ ਉਹ ਇਨਸਾਨ ਅੱਗੋਂ ਵੀ ਉਹ ਚੀਜ਼ ਨੂੰ ਆਪਦੇ ਆਪ ਨਾਲ ਮੰਨਦਾ ਨਹੀਂ ਜਾਂ ਕਰ ਨਹੀਂ ਰਿਹਾ, ਜਾਂ ਪਤਾ ਨਹੀਂ ਕੀ ਉਹਦਾ ਹੈਗਾ ਜਾਂ ਕੀ ਮਜਬੂਰੀ ਹੈ ਨਾ। ਮਜਬੂਰੀ ਦਾ ਪਤਾ ਲੱਗੇ ਨਾ ਜੀ, ਮਜਬੂਰੀ ਕੋਈ ਦੱਸ ਵੀ ਦੇਵੇ ਤਾਂ ਬੰਦਾ ਸੈਟਿਸਫਾਈਡ ਹੋ ਜਾਂਦਾ ਵੀ ਇਹ ਦਿੱਕਤ ਆ, ਇਸ ਕਰਕੇ ਬੰਦਾ ਚਲੋ ਗੱਲ ਨਹੀਂ ਕਰਦਾ, ਕੋਈ ਗੱਲ ਨਹੀਂ, ਚਲੋ ਗੱਲ ਨਾ ਵੀ ਹੋਵੇ, ਕਿਹੜਾ ਚਾਹੁੰਦਾ ਜੀ ਹਰ ਰੋਜ਼ ਗੱਲ ਹੀ ਹੋਈ ਜਾਵੇ। ਬਟ ਇੱਕ ਹੁੰਦਾ ਨਾ ਕਿ ਬੰਦੇ ਨੂੰ ਵੀ ਜਦੋਂ ਬੰਦਾ ਮਜਬੂਰੀ 'ਚ ਬ੍ਰਦਰ, ਜਦੋਂ ਨਾ ਇੱਕ ਰਿਲੇਸ਼ਨਸ਼ਿਪ ਸਟਾਰਟ ਹੁੰਦਾ ਨਾ, ਤਾਂ ਮੈਂ ਇਹ ਨਹੀਂ ਕਹਿੰਦਾ ਵੀ ਤੁਸੀਂ ਫਿਜ਼ੀਕਲੀ ਹੋਵੋਗੇ ਤਾਂ ਸਾਰਾ ਕੁਝ ਹੁੰਦਾ, ਅਤੇ ਜਦੋਂ ਬੰਦਾ ਰੂਹ ਤੋਂ ਜੁੜਿਆ ਹੁੰਦਾ ਨਾ, ਤਾਂ ਫਿਰ ਜਦੋਂ ਉਹ ਚੀਜ਼ ਹੌਲੀ ਹੌਲੀ ਤੁਹਾਡੇ ਤੋਂ ਵਿਛੜਦੀ ਆ, ਤਾਂ ਬੰਦੇ ਦਾ ਨਾ ਵੀ ਇੱਕਦਮ ਐਂ ਹੁੰਦਾ ਵੀ ਉਹਦੇ ਕੋਲ ਸਾਰਾ ਕੁਝ ਹੁੰਦੇ ਹੋਏ ਵੀ ਐਂ ਲੱਗਦਾ ਵੀ ਉਹਦੀ ਜ਼ਿੰਦਗੀ ਉੱਜੜ ਰਹੀ ਆ। ਬਿਲਕੁਲ ਵੀਰੇ, ਆਈ ਹੁੰਦਾ ਫਿਰ ਤੁਹਾਡੇ ਕੋਲ ਚਾਹੇ ਲੱਖ, ਮੈਂ ਕਹਿੰਦਾ ਬਹੁਤ ਚੰਗੀ ਤੁਸੀਂ ਵਧੀਆ ਵੈਲ ਸੈਟਲਡ ਲਾਈਫ ਇੱਥੇ ਜੀ ਰਹੇ ਹੋ, ਤੁਹਾਨੂੰ ਐਂ ਲੱਗੂਗਾ ਪਤਾ ਨਹੀਂ ਕੁਝ ਵੀ ਨਹੀਂ ਹੈਗਾ ਤੁਹਾਡਾ, ਸਾਰਾ ਕੁਝ ਹੁੰਦੇ ਹੋਏ। ਸਹੀ ਗੱਲ ਆ ਭਾਈ। ਹੁਣ ਬਸ ਲਾਈਫ ਵੀ ਕੋਈ ਕਰੇ ਵੀ ਭਾਈ ਜੀ, ਕੋਈ ਮਤਲਬ ਐਸੀ ਕੋਈ ਤੋੜ ਨਹੀਂ ਆ। ਜੋ ਮਤਲਬ ਉਹਨੇ ਮੰਗਿਆ ਭਾਜੀ ਅੱਜ ਤੱਕ ਹੱਥ ਨਹੀਂ, ਜਿਵੇਂ ਉਹਨੇ ਮੰਗਿਆ ਉਵੇਂ ਦਿੱਤਾ, ਬਿਨਾਂ ਇੱਕ ਕੁਐਸਚਨ ਕੀਤੇ ਮੈਂ। ਬਸ ਦਿੱਕਤ ਇੱਥੇ ਆਉਂਦੀ ਹੈ ਕਿ ਜੋ ਮੈਨੂੰ ਪਤਾ ਲੱਗਣਾ ਚਾਹੀਦਾ ਸੀ ਉਹ ਮੈਨੂੰ ਅੱਜ ਤੱਕ ਨਹੀਂ ਲੱਗਿਆ। ਚਲੋ ਤਾਂ ਇਹੀ ਆ ਵੀ ਜਾਂ ਤਾਂ ਉਹ ਇਨਸਾਨ ਆਪਣੇ ਆਪ ਦੱਸੇ ਹੈ ਨਾ, ਜਾਂ ਤਾਂ ਫਿਰ ਤੁਸੀਂ ਉਹ ਇਨਸਾਨ ਨੂੰ ਇੱਕ ਅੱਧੀ ਵਾਰੀ ਹੋਰ ਦੇਖੋ ਵੀ ਕੀ ਆ ਕਰਦਾ। ਭਾਜੀ ਮੈਸੇਜ ਤੱਕ ਕਰਦੇ ਆ, ਉਹ ਦੋ ਦਿਨ ਇੱਕ ਮਤਲਬ ਅੱਜ ਉਹਨੇ ਬਲੌਕ ਕਰਤਾ ਹੈ, 2-3 ਦਿਨਾਂ ਬਾਅਦ ਫਿਰ ਅਨਬਲੌਕ ਕਰਕੇ ਉਹੀ ਗੁੱਡ ਮਾਰਨਿੰਗ ਦਾ ਮੈਸੇਜ ਕਰ ਦੂਗੀ। ਤੁਸੀਂ ਪੁੱਛੋ ਨਾ ਬਲੌਗ ਬੋਲੋ ਸਾਨੂੰ ਬਲੌਗ, ਇਹ ਗੱਲ ਕੀ ਆ ਵੀ ਐਟ ਦੀ ਐਂਡ ਬੰਦੇ ਨੂੰ ਪਤਾ ਲੱਗ ਵੀ ਗੱਲ ਐਕਚੁਅਲੀ ਕੀ ਆ। ਬਸ ਆਹੀ ਤਾਂ ਗੱਲ ਪਤਾ ਹੈ, ਐਕਚੁਅਲੀ ਕਿ ਜੋ ਸੱਚ ਆ ਉਹੀ ਨਹੀਂ ਦੱਸਣਾ ਹੈਗਾ, ਬਾਕੀ ਜੋ ਮਰਜ਼ੀ ਹੋਈ ਜਾਵੇ। ਦੇਖੋ ਸੱਚ ਤਾਂ ਨਿਕਲ ਹੀ ਪਤਾ ਤਾਂ ਲੱਗ ਹੀ ਜਾਂਦਾ, ਅੱਜ ਨਹੀਂ ਕੱਲ੍ਹ ਨਹੀਂ, 100 ਦਿਨ ਚੋਰ ਦਾ ਇੱਕ ਦਿਨ ਸਾਧ ਦਾ ਸਾਹਮਣੇ ਆਉਣਾ ਹੀ ਆਉਣਾ ਹੈ। ਹਾਂ ਦੇਖੋ ਉਹਨੇ ਜੋ ਸਟੇ ਮਤਲਬ ਇੰਡੀਆ 'ਚ ਰਹਿ ਕੇ ਕੀਤਾ 1 ਮਹੀਨਾ ਪਹਿਲਾਂ ਜੁਲਾਈ ਦੇ ਸਤੰਬਰ ਦੇ 5 'ਚ, ਉਹਦੀ ਸਿਸਟਰ ਨੇ ਮੈਨੂੰ ਸਭ ਕੁਝ ਦੱਸਤਾ। ਚਾਹੇ ਜਿਵੇਂ ਮਰਜ਼ੀ ਹੈ, ਚਾਹੇ ਉਹਨੇ ਉਹਦੀ ਬਦਨਾਮੀ ਕੀਤੀ, ਜੋ ਵੀ ਕੀਤਾ, ਉਹਨੂੰ ਵੀ ਗੁੱਸਾ ਆਇਆ ਕਿ ਉਹਦੇ ਨਾਲ ਉਹ ਗੱਲ ਨਹੀਂ ਕਰਦੀ ਸੀ। ਸਗੀ ਭੈਣ ਨਾਲ ਦੇਖੋ ਜੀ, ਜੇਕਰ ਤੁਸੀਂ ਆਪਣੀ ਸਗੀ ਭੈਣ ਨਾਲ ਹੀ ਨਹੀਂ ਗੱਲ ਕਰੋਗੇ ਤਾਂ ਉਹਨੂੰ ਕਿਵੇਂ ਦਾ ਲੱਗੂਗਾ ਤੁਸੀਂ ਬਾਹਰ ਜਾ ਕੇ। ਜੇਕਰ ਉਹਨੂੰ ਹੀ ਭੁੱਲ ਜਾਓਗੇ ਤਾਂ ਹਰਟ ਤਾਂ ਹੁੰਦਾ ਹੀ ਹੈ ਨਾ। ਹਰ ਕੋਈ ਹੁੰਦਾ ਯਾਰ, ਕੋਈ ਰਿਲੇਸ਼ਨਸ਼ਿਪ ਕੋਈ ਵੀ ਆ। ਦੇਖੋ ਮੈਂ ਇਹ ਨਹੀਂ ਕਹਿੰਦਾ ਵੀ ਰਿਲੇਸ਼ਨਸ਼ਿਪ ਭੈਣ ਭਾਈ ਦਾ ਆ, ਚਾਹੇ ਇੱਕ ਦੋਸਤ ਤੇ ਦੋਸਤੀ ਦਾ ਵੀ ਹੋਊਗਾ, ਉਹ ਬੰਦਾ ਹਰਟ ਹੋਊਗਾ। ਜ਼ਰੂਰੀ ਨਹੀਂ ਕਿ ਇੱਕ ਲਵਰ ਦਾ ਹੀ ਰਿਲੇਸ਼ਨਸ਼ਿਪ ਹੁੰਦਾ ਵੀ ਉਹ ਇਨਸਾਨ ਕੁੜੀ ਮੁੰਡੇ ਨੂੰ ਪਿਆਰ ਕਰਦੀ ਆ ਜਾਂ ਮੁੰਡਾ ਕੁੜੀ ਨੂੰ ਪਿਆਰ ਕਰਦਾ, ਬॉयਫ੍ਰੈਂਡ ਗਰਲਫ੍ਰੈਂਡ ਆ ਤਾਂ ਹੀ ਆ ਰਿਲੇਸ਼ਨਸ਼ਿਪ। ਨਹੀਂ, ਰਿਲੇਸ਼ਨਸ਼ਿਪ ਕੋਈ ਵੀ ਹੋ ਸਕਦਾ ਆ ਜਿੱਥੇ ਤੁਹਾਡਾ ਪਿਆਰ ਹੈ ਨਾ, ਅਤੇ ਜਦੋਂ ਅੱਗੋਂ ਇਨਸਾਨ ਇਹੋ ਜਿਹੀ ਕੋਈ ਗੱਲ ਕਰਦਾ ਤੁਸੀਂ ਸੱਚੀ ਹੋਵੋਗੇ ਹਰਟ।
ਹੁਣ ਦੇਖੋ ਭਾਜੀ ਉਹਨੇ ਆਪਣੀ ਭੈਣ ਤੱਕ ਨੂੰ ਭੁਲਾਤਾ, ਉਹਦੇ ਨਾਲ ਐਵੇਂ ਗੱਲ ਕਰਦੀ ਜਿਵੇਂ ਕੋਈ ਅਜਨਬੀ ਹੋਵੇ। ਹੁਣ ਉਹਦੀ ਭੈਣ ਨੇ ਤਾਂ ਮਤਲਬ ਗੁੱਸੇ ਚ ਆ ਕੇ ਜਿਵੇਂ ਮਰਜ਼ੀ ਆ ਕੇ ਉਹਨੇ ਮੈਨੂੰ ਸਭ ਕੁਝ ਦੱਸਤਾ। ਅੱਛਾ ਜੀ। ਹਾਂਜੀ, ਉਹਨੇ ਤਾਂ ਮੈਨੂੰ ਸਭ ਕੁਝ ਦੱਸਤਾ ਤੇ ਹੁਣ ਮੇਰੀ ਉਹਦੇ ਨਾਲ ਗੱਲ ਹੀ ਹੁੰਦੀ ਸਿਸਟਰ ਨਾਲ। ਅੱਛਾ ਜੀ। ਹਾਂਜੀ, ਉਹ ਘਰੇ ਕੰਮ ਕੁਮ ਕਰਦੀ ਰਹਿੰਦੀ ਹੈ ਤਾਂ ਗੱਲ ਹੀ ਹੁੰਦੀ, ਇਸ ਕਰਕੇ ਨਾ ਮੈਂ ਕਾਲ ਕੀਤੀ ਆ ਮੁੜ ਕੇ ਉਹਨੂੰ। ਬਸ ਇਹ ਦਿੱਕਤ ਆਉਂਦੀ ਹੈ ਕਿ ਉਹਦੀ ਸਿਸਟਰ ਨੇ ਜੋ ਬੋਲਿਆ ਉਹ ਮੈਂ ਮੰਨਿਆ ਨਹੀਂ, ਮੈਨੂੰ ਟਰਸਟ ਨਹੀਂ ਹੈ ਉਹ ਗੱਲ ਤੇ। ਮੈਂ ਕਿਹਾ ਚੱਲ ਇਹਨੂੰ ਉੱਥੇ ਜਾ ਕੇ ਪੁੱਛੂੰਗਾ, ਕਿਉਂਕਿ ਇੱਕ ਫੋਨ ਤੇ ਗੱਲ ਕਰੀ ਤੇ ਫੇਸ ਟੂ ਫੇਸ ਗੱਲ ਕਰਨ ਚ ਬਹੁਤ ਫਰਕ। ਚਲੋ ਕੋਈ ਹੁਣ ਬਾਹਲਾ ਟਾਈਮ ਨਹੀਂ ਆ ਵੀ ਨੈਕਸਟ ਮੰਥ ਸਾਰਾ ਕੁਝ ਵੀ ਆਈ ਥਿੰਕ ਤਾਂ ਹੋਊਗਾ ਵੀ ਸਾਰਾ ਕੁਝ। ਹਾਂ ਜੀ, ਹੋ ਜੂਗਾ। 21 ਚ ਪੁੱਜਣਗੇ ਆਸਟ੍ਰੇਲੀਆ ਦੇ ਕੋਲ। ਬ੍ਰਦਰ ਹੋ ਜੂ ਸੈਪਟੈਂਬਰ ਦੇ ਵਿੱਚ ਹਰੇਕ ਅੰਬੈਸੀ ਖੋਲ ਜੂਗੀ। ਚਾਹੇ ਦੇਖੋ ਟਰੈਵਲ ਤੁਹਾਡਾ ਜਦੋਂ ਮਰਜ਼ੀ ਹੋਵੇ, ਤੁਹਾਡਾ ਅੰਬੈਸੀ ਖੋਲ ਕੇ ਤੁਹਾਡੇ ਵੀਜ਼ੇ ਲਈ ਐਪਲੀਕੇਸ਼ਨ ਸਭ ਕੁਝ ਸਟਾਰਟ ਆ। ਉਹ ਤਾਂ ਠੀਕ ਹੈ ਜੀ, ਪਰ ਸਾਡੇ ਐਗਜ਼ਾਮ ਵਿੱਚ ਨਾ ਲਾਸਟ ਈਅਰ ਅਟੈਂਪਟ ਹੋਇਆ ਸਾਡਾ ਡਿਗਰੀ ਦਾ। ਇਹ ਵੀ ਚੱਕਰ ਆ। ਹੋਰ ਪਤਾ ਨਹੀਂ ਕੀ ਚੱਕਰ ਹੈ, ਯੂਜੀਸੀ ਕੀ ਕਰਦੀ ਪਈ ਆ, ਕਦੀ ਨਵੀਂ ਗਾਈਡਲਾਈਨ ਕਦੀ ਕੁਛ ਕਰ ਦਿੰਦੀ ਹੈ, ਕਦੀ ਕੁਛ ਕਰ ਦਿੰਦੀ ਹੈ। ਚਲੋ ਕੋਈ ਨਹੀਂ, ਕੋਈ ਤੀ ਹੌਲੀ ਹੌਲੀ ਰਾਤ ਕੋਈ ਹੋ ਜਾਣਾ ਆ। ਚਲੋ ਬਾਕੀ ਆਇਆ ਵੀ ਇਨਸਾਨ ਨੂੰ ਇੰਨਾ ਕਦੀ ਕਰਨਾ ਨਹੀਂ ਚਾਹੀਦਾ ਵੀ ਜੇ ਤੁਸੀਂ ਇੰਨਾ ਕੋਈ ਬੰਦਾ ਨਾ ਵੀ ਇੰਨਾ ਲੋਇਲ ਹੋਵੇ ਕਿਸੇ ਨੂੰ, ਤੇ ਚਲੋ ਦਿਲੋਂ ਚਾਹੇ ਬੰਦੇ ਨੂੰ ਸਮਝਣਾ ਚਾਹੀਦਾ ਹੈ ਇਹ ਗੱਲਾਂ ਬਾਰੇ। ਹਾਂ ਤਾਂ ਗੱਲ ਹੈ, ਬਾਕੀ ਹੋਰ ਤਾਂ ਕੁਛ ਸਮਝਦਾ ਹੈ ਨਾ ਜਿਹਦੇ ਨਾਲ ਹੁੰਦੀ ਹੈ। ਦੇਖੋ ਮੈਂ ਸਿਰਫ ਤੁਹਾਡੀ ਗੱਲ ਸੁਣ ਸਕਦਾ ਹਾਂ, ਪਰ ਜੋ ਤੁਹਾਡੇ ਤੇ ਬੀਤ ਰਿਹਾ ਹੋਊਗਾ ਉਹ ਸ਼ਾਇਦ ਤੁਹਾਨੂੰ ਪਤਾ ਹੋਊਗਾ, ਮੈਨੂੰ ਨਹੀਂ ਉਹ ਚੀਜ਼ਾਂ ਬਾਰੇ ਪਤਾ। ਨਾ ਮੈਂ ਉਹਦਾ ਅਹਿਸਾਸ ਕਰ ਸਕਦਾ, ਨਾ ਮੈਂ ਉਹ ਫੀਲ ਕਰ ਸਕਦਾ। ਹਾਂਜੀ, ਮੈਂ ਸਿਰਫ ਇੱਕ ਕੰਨਾਂ ਰਾਹੀਂ ਉਹ ਗੱਲ ਸੁਣ ਸਕਦਾ ਵੀ ਕੀ ਆ। ਚਾਹੇ ਜਿੰਨਾ ਮਰਜ਼ੀ ਮੈਂ ਕਹਾਂ ਵੀ ਬਾਈ ਮੈਨੂੰ ਦੁੱਖ ਲੱਗਾ ਜਾਂ ਮੈਨੂੰ ਐਂ ਹੋਇਆ, ਨਾ ਮੈਨੂੰ ਪਤਾ ਆ ਵੀ ਜੇ ਇਸ ਇਨਸਾਨ ਤੇ ਬੀਤਦੀ ਆ ਉਹਨੂੰ ਪਤਾ ਹੈ। ਸਹੀ ਗੱਲ ਹੈ। ਜੇ ਮੇਰੀ ਉਂਗਲ ਦਾ ਨਹੁੰ ਮੈਂ ਫੜ ਕੇ ਖਿੱਚੂੰਗਾ ਨਾ, ਤੇ ਜੇ ਉਹ ਲੈ ਗਿਆ ਤੇ ਉਹਦਾ ਦਰਦ ਮੈਨੂੰ ਹੋਣਾ। ਤੁਹਾਨੂੰ ਸਿਰਫ ਐਂ ਉਹ ਦਿਖੂਗਾ ਕਿ ਉਹ ਨਹੁੰ ਉਤਰਿਆ ਹੈ, ਜਾਂ ਤੁਸੀਂ ਉਸ ਨੂੰ ਇਹ ਕਹਿ ਦੋਗੇ ਵੀ ਹਾਂ ਵੀ ਉਹ ਨਹੁੰ ਵੀ ਉਤਰ ਗਿਆ, ਬਹੁਤ ਮਾੜੀ ਗੱਲ ਆ ਜਾਂ ਕੁਝ ਵੀ ਆ, ਜਾਂ ਤੁਸੀਂ ਮੈਡੀਸਨ ਲੈ ਲਓ ਵੀ ਇਹ ਚੀਜ਼ਾਂ ਕਹਿ ਸਕਦੇ। ਹਾਂਜੀ ਸਹੀ ਗੱਲ। ਬਾਕੀ ਕੋਈ ਨਹੀਂ, ਹੌਸਲੇ ਰੱਖੀ ਦੇ ਆ, ਹੌਸਲੇ ਯਾਰ ਸਭ ਕੁਝ, ਕੋਈ ਚੱਕਰ ਨਹੀਂ। ਜੇ ਆਪਾਂ ਸਹੀ ਉਹ ਨਹੀਂ ਬ੍ਰਦਰ, ਜੇ ਆਪਾਂ ਸਹੀ ਆ ਨਾ ਰੱਬ ਸਾਡੇ ਨਾਲ ਸਹੀ ਕਰੂਗਾ। ਦੇਖੋ ਇੱਕ ਮੈਂ ਨਹੀਂ ਕਹਿੰਦਾ ਵੀ ਚਲੋ ਕੋਈ ਸਹੀ ਆ ਜਾਂ ਗਲਤ ਆ, ਬਟ ਇਹ ਆ ਮੈਂ ਕਹਿੰਦਾ ਵੀ ਰੱਬ ਜੋ ਵੀ ਕਰਦਾ ਸਹੀ ਕਰਦਾ। ਜੇ ਸਮਝੋ ਤੁਸੀਂ ਕਿਸੇ ਗਲਤ ਇਨਸਾਨ ਦੇ ਨਾਲ ਹੋ ਤੇ ਸ਼ਾਇਦ ਰੱਬ ਉਹ ਵਿਉਂਤ ਹੀ ਬਣਾ ਲੈਂਦਾ ਹੈ ਵੀ ਹੈ ਨਾ ਵੀ ਚੱਲ ਇੱਥੋਂ ਇੱਦਾਂ ਖਹਿੜਾ ਛੁੱਟ ਜੇ, ਹੈ ਨਾ ਵੀ ਜੋ ਵੀ ਜਿੱਦਾਂ ਵੀ ਕਈ ਚੀਜ਼ਾਂ ਬੰਦੇ ਨੂੰ ਬਹੁਤ ਜ਼ਿਆਦਾ ਅੱਗੇ ਜਾ ਕੇ ਦੁੱਖ ਦਿੰਦੀਆਂ, ਉਹਦੇ ਨਾਲੋਂ ਚੰਗਾ ਵੀ ਰੱਬ ਆਪ ਹੀ ਪਹਿਲਾਂ ਹੀ ਉਹ ਗੱਲਾਂ ਸਟਾਰਟ ਕਰ ਦਿੰਦਾ ਵੀ ਬੰਦੇ ਨੂੰ ਪਹਿਲਾਂ ਹੀ ਪਤਾ ਲੱਗ ਜੇ। ਬਾਕੀ ਹੁਣ ਆਪਾਂ ਐਵੇਂ ਅੰਦਾਜ਼ੇ ਲਾਈਏ ਜਾਂ ਹਨੇਰੇ 'ਚ ਤੀਰ ਚਲਾਈਏ, ਉਹਦਾ ਕੋਈ ਫਾਇਦਾ ਆਪਾਂ ਜੀ ਇੱਕੋ ਗੱਲ ਤਾਂ ਹੈ ਵੀ ਬੰਦੇ ਦੀ ਉਹਦੀ ਲਾਇਲਟੀ ਮੈਂ ਤਾਂ ਇਸ ਕਰਕੇ ਯਕੀਨ ਹੈ ਕਿ ਉਹ ਅੰਮ੍ਰਿਤਧਾਰੀ ਹੈ। ਮੇਨ ਗੱਲ ਤਾਂ ਮੈਂ ਵੀ ਇਹ ਚੀਜ਼ ਮੈਂ ਗੁਰਸਿੱਖ ਬੰਦਾ ਮਤਲਬ ਗੁਰੂ ਦੇ ਲੜ ਲੱਗੀ ਹੋਈ ਹਾਂ। ਮੈਨੂੰ ਇਸ ਗੱਲ ਤੇ ਮਾਣ ਆ ਕਿ ਉਹ ਝੂਠ ਨਹੀਂ ਬੋਲ ਸਕਦੀ। ਬਸ ਇਹ ਗੱਲ ਤੇ ਉਹ ਆ ਵੀ ਇੱਥੇ ਆ ਕੇ ਮੇਰਾ ਟਰਸਟ ਨਹੀਂ ਟੁੱਟਦਾ ਹੈਗਾ ਵੀ ਉਹ ਐਵੇਂ ਨਹੀਂ ਕਰ ਸਕਦੀ। ਪਰ ਜਦੋਂ ਹੋਰਾਂ ਤੋਂ ਸੱਚ ਪਤਾ ਲੱਗਦਾ ਤਾਂ ਮੈਂ ਖੁਦ ਹੀ ਟੁੱਟ ਜਾਂਦਾ। ਇਹ ਤਾਂ ਗੱਲ ਹੈ। ਦੇਖੋ ਫਿਰ ਮੈਨੂੰ ਇੰਝ ਹੁੰਦਾ ਨਾ ਵੀ ਇੱਕ ਕੁੜੀ ਅੰਮ੍ਰਿਤ ਛਕ ਕੇ ਵੀ ਜੇਕਰ ਇਹਨਾਂ ਝੂਠ ਬੋਲ ਸਕਦੀ ਆ ਤਾਂ ਫਿਰ ਉਹੀ ਆ, ਫਿਰ ਕੋਈ ਫਾਇਦਾ ਨਹੀਂ ਆ। ਕੀ ਕਹਿ ਸਕਦੇ ਆ ਇਸ ਬਾਰੇ। ਦੇਖੋ ਜੇ ਆਪਾਂ ਇਸ ਬਾਰੇ ਵਿਚਾਰਾਂ ਕਰਦੇ ਹਾਂ ਤਾਂ ਹੋਰ ਵੀ ਖੂਹ ਪੱਟਣ ਲੱਗਿਆ ਨਾ ਜਿੰਨਾ ਮਰਜ਼ੀ ਡੂੰਘਾ ਪੱਟ ਲਓ, ਨਿਕਲਦੀ ਤਾਂ ਗੱਲ ਥੋੜੀ ਸਹੀ ਹੈ, ਨਿਕਲਣੀ ਮਿੱਟੀ ਆ। ਵੀ ਰਿਐਲਿਟੀ ਜੋ ਹੈਗੀ ਆ ਦੇਖੋ ਨਾ ਉਹ ਤਾਂ ਉਹੀ ਰਹਿਣੀ ਆ। ਇਹ ਗੱਲ ਨਹੀਂ ਵੀ ਹੈ ਨਾ ਵੀ ਦੇਖੋ ਕੋਈ ਇਨਸਾਨ ਵੀ ਸਭ ਤੋਂ ਪਹਿਲੀ ਗੱਲ ਇਹ ਆ ਵੀ ਜੇ ਕੋਈ ਇਨਸਾਨ ਆ ਕੋਈ ਵੀ ਧਰਮ ਜਾਤ ਜਾਂ ਹਰੇਕ ਚੀਜ਼ ਨੂੰ ਪਿੱਛੇ ਰੱਖਣਾ ਉਸ ਤੋਂ ਸਭ ਤੋਂ ਪਹਿਲਾਂ ਹੁੰਦੀ ਆ ਵੀ ਇਨਸਾਨੀਅਤ ਤੇ ਸੱਚ। ਹਾਂਜੀ।
ਇਹ ਦੋ ਚੀਜ਼ਾਂ ਨੇ। ਜੇ ਦੋ ਚੀਜ਼ਾਂ ਨਹੀਂ ਹੈਗੀਆਂ ਫਿਰ ਤੁਸੀਂ ਆਪਣੀ ਜ਼ਿੰਦਗੀ 'ਚ ਜਿਹੜੀ ਮਰਜ਼ੀ ਚੀਜ਼ ਲੈ ਆਓ, ਉਹ ਚੀਜ਼ ਕਦੀ ਵੀ ਖਰੀ ਨਹੀਂ ਹੋਊਗੀ ਜਾਂ ਕਦੀ ਵੀ ਤੁਹਾਡੇ 'ਤੇ ਪੂਰਾ ਉਹਦਾ ਅਸਰ ਨਹੀਂ ਹੋਊਗਾ। ਈਵਨ ਗੁਰੂ ਸਾਹਿਬ ਵੀ ਇਹੀ ਕਹਿੰਦੇ ਆ ਵੀ ਜੇ ਤੁਸੀਂ ਸਿੱਖ ਹੋ ਜਾਂ ਸਿੱਖੀ ਦੇ ਰੂਪ ਵਿੱਚ ਆਏ ਹੋ ਨਾ, ਅਤੇ ਪਹਿਲਾਂ ਸੱਚ ਉੱਤੇ ਚੱਲਣਾ ਸਿੱਖੋ, ਹੈ ਨਾ, ਫਿਰ ਬਾਅਦ ਦੀਆਂ ਗੱਲਾਂ ਬਾਅਦ 'ਚ ਨੇ। ਜੇ ਸਾਨੂੰ ਸੱਚ ਬਾਰੇ ਨਹੀਂ ਪਤਾ, ਅਸੀਂ ਸਿੱਖ ਹਾਂ, ਇਹ ਆਪਾਂ ਲੋਕਾਂ ਨੂੰ ਕੀ ਦੱਸਾਂਗੇ ਵੀ ਅਸੀਂ ਸਿੱਖ ਹਾਂ, ਅਸੀਂ ਝੂਠ ਬੋਲਦੇ ਹਾਂ। ਸਹੀ ਹੈ, ਆਹੀ ਤਾਂ ਗੱਲ ਮੇਨ ਹੈ। ਫਿਰ ਫਾਇਦਾ ਕਿਹਦੀ ਕੀ ਆ, ਉਹਦੇ ਨਾਲ ਲੱਗਣ ਦਾ ਫਿਰ ਤਾਂ ਇੱਕ ਤਾਂ ਹੀ ਹੋ ਗਈ ਨਾ, ਤੌਬਤ ਹੀ ਹੋ ਗਈ। ਤੌਬਤ ਇਹ ਦੇਖੋ, ਇਹ ਅਸੀਂ ਜਾਂ ਤੁਸੀਂ ਜਾਂ ਮੈਂ ਜਾਂ ਹੋਰ ਕੋਈ ਨਹੀਂ, ਹੈ ਨਾ, ਇਹ ਤਾਂ ਉਹ ਇਨਸਾਨ ਨੂੰ ਆਪ ਹੀ ਜਵਾਬ ਦੇਣਾ ਪੈਣਾ, ਹੈ ਨਾ। ਵੀ ਈਵਨ ਇਹ ਵੀ ਆਪਾਂ ਕਹਿ ਰਹੇ ਹਾਂ ਵੀ ਨਹੀਂ ਉਹ ਅਗਲੇ ਪਾਰ ਜਾਊਗਾ ਜਾਂ ਨੈਕਸਟ ਅਗਲੀ ਉਹਦੀ ਜਿਹੜੀ ਲਾਈਫ ਹੋਊਗੀ ਉਦੋਂ ਉਹ ਦਊਗਾ ਜਵਾਬ। ਨਹੀਂ, ਸਭ ਇੱਥੇ ਹੀ ਆ ਸਭ। ਤੁਸੀਂ ਭਗਤ ਨਾਮਦੇਵ ਜੀ ਬਾਰੇ ਸੁਣਿਓ ਹੈ ਨਾ ਕਦੀ, ਅਤੇ ਉਹਨਾਂ ਨੂੰ ਕਹਿੰਦੇ ਸੀ ਵੀ ਹੈ ਨਾ ਤੁਹਾਡੀ ਨੀਵੀਂ ਜਾਤੀ ਆ ਅਤੇ ਤੁਹਾਨੂੰ, ਅਤੇ ਉਹ ਰੱਬ ਨੂੰ ਧਿਆਉਂਦੇ ਸੀ, ਅਤੇ ਉਹ ਕਹਿੰਦੇ ਵੀ ਤੁਹਾਨੂੰ ਵੀ ਮੰਦਰ ਦੇ ਬਾਹਰ ਬਹਿ ਕੇ, ਅਤੇ ਉਹਨਾਂ ਨੂੰ ਕਹਿੰਦੇ ਸੀ ਵੀ ਨਹੀਂ ਤੁਹਾਨੂੰ ਮੰਦਰ ਦੇ ਅੰਦਰ ਨਹੀਂ ਜਾਣ ਦੇਣਾ, ਹੈ ਨਾ, ਦੇਖਣੇ ਆ। ਉਹ ਜਦੋਂ ਟੱਲੀਆਂ ਵੱਜਦੀਆਂ ਸੀ, ਪੰਡਤ ਆਪਦਾ ਨਾ ਵੀ ਪਾਠ ਪੂਜਾ ਕਰਦੇ, ਉਹਨਾਂ ਦੇ ਦਿਲ 'ਚ ਖਿਆਲ ਆਉਂਦਾ ਸੀ ਵੀ ਮੈਂ ਵੀ ਰੱਬ ਨੂੰ ਦੇਖਣਾ ਨਾ, ਵੀ ਜਦੋਂ ਆ ਸਵੇਰੇ ਸ਼ਾਮ ਟੱਲੀਆਂ ਵੱਜਦੀਆਂ ਆ ਅਤੇ ਅੰਦਰੋਂ ਆਵਾਜ਼ਾਂ ਆਉਂਦੀਆਂ ਨਾ ਜਦੋਂ ਪਾਠ ਪੂਜਾ ਦੀ, ਮੈਂ ਵੀ ਦੇਖਣਾ ਆ। ਅਤੇ ਇੱਕ ਦਿਨ ਰੱਬ ਹੈ ਨਾ ਵੀ ਆਪ ਗੱਲ ਕਰਦਾ ਭਗਤ ਜੀ ਨਾਲ ਵੀ ਤੂੰ ਛੱਡ, ਤੂੰ ਕੀ ਲੈਣਾ, ਹੈ ਨਾ, ਵੀ ਮੰਦਰ ਅੰਦਰ ਝਾਕ ਕੇ, ਹੈ ਨਾ, ਵੀ ਮੈਂ ਤੈਨੂੰ ਸਵਰਗ 'ਚ ਥਾਂ ਦਊਂਗਾ ਅਤੇ ਉਹ ਪੰਡਤਾਂ ਨੂੰ ਨਰਕ 'ਚ ਥਾਂ ਹੋਊਗਾ, ਹੈ ਨਾ, ਵੀ ਜੇ ਤੈਨੂੰ ਅੰਦਰ ਨਹੀਂ ਜਾਣ ਦਿੰਦੇ। ਅਤੇ ਭਗਤ ਨਾਮਦੇਵ ਜੀ ਕਹਿੰਦੇ ਵੀ ਮੈਂ ਕੀ ਲੈਣਾ ਸਵਰਗ ਤੋਂ, ਹੈ ਨਾ, ਜੇ ਮੈਂ ਮਰ ਕੇ ਸਵਰਗਾਂ 'ਚ ਜਾਊਂਗਾ, ਮੇਰੇ ਪਿੱਛੇ ਪੰਡਤ ਧਿਆਨ ਨਹੀਂ ਲੱਗੇ ਦੇਖਣ ਕਿ ਇਹ ਸਵਰਗਾਂ 'ਚ ਗਿਆ, ਅਤੇ ਜੇ ਪੰਡਤ ਮਰ ਕੇ ਨਰਕਾਂ 'ਚ ਜਾਣਗੇ ਤਾਂ ਮੈਂ ਉਹਨਾਂ ਪਿੱਛੇ ਗਿਆ ਤਾਂ ਹੈ ਨਹੀਂ ਕਿ ਮੈਂ ਦੇਖੂੰਗਾ ਵੀ ਹਾਂ ਵੀ ਉਹ ਨਰਕਾਂ 'ਚ ਚਲੇ ਗਏ। ਜੇ ਕੁਝ ਕਰਨਾ ਹੈ ਤੂੰ ਸੱਚ ਆ ਅਤੇ ਇੱਥੇ ਹੀ ਕਰ, ਹੈ ਨਾ। ਅਤੇ ਉਹਨਾਂ ਨੇ ਫਿਰ ਉਹ ਮੰਦਰ ਹੀ ਘੁਮਾਤਾ ਸੀ, ਹੈ ਨਾ। ਅੱਛਾ ਜੀ। ਮੰਦਰ ਹੀ ਉਹ ਘੁਮਾਤਾ ਸੀ, ਅਤੇ ਉਸ ਤੋਂ ਬਾਅਦ ਫਿਰ ਉਹ ਪੰਡਤਾਂ ਨੂੰ ਵੀ ਪਤਾ ਲੱਗਾ ਸੀ ਵੀ ਹਾਂ ਵੀ ਰੱਬ ਹੈਗਾ ਆ, ਅਤੇ ਫਿਰ ਭਗਤ ਜੀ ਦਾ ਨਾ ਉਹ ਕਰਦੇ ਨੇ ਸਤਿਕਾਰ। ਵੀ ਕਹਿਣ ਦਾ ਮਤਲਬ ਵੀ ਇਹ ਸਟੋਰੀ ਮੈਂ ਤੁਹਾਨੂੰ ਦੱਸਦਾ ਵੀ ਸੱਚ ਝੂਠ ਚੰਗੇ ਮਾੜੇ ਕਰਮਾਂ ਦਾ ਫਲ ਇੱਥੇ ਹੀ ਆ। ਵੀ ਆਪਾਂ ਕਹਿੰਦੇ ਹਾਂ ਵੀ ਮਰ ਕੇ ਹੋਊ, ਨਹੀਂ ਮਰ ਕੇ ਕੁਝ ਨਹੀਂ ਹੋਣਾ, ਇੱਥੇ ਦੇ ਕੇ ਹੀ ਜਾਣਾ ਪੈਣਾ ਆਪਾਂ ਨੂੰ ਸਾਰਾ ਕੁਝ। ਮਰਨ ਤੋਂ ਬਾਅਦ ਤਾਂ ਬੰਦੇ ਦੇ ਸਾਹ ਨਹੀਂ ਨਾਲ ਜਾਂਦੇ ਇਹ ਤਾਂ ਫੇਰ ਕਰਮ ਕੀਤੇ ਕਰਮ ਹੈ ਨਾ। ਹਾਂਜੀ, ਇਹ ਗੱਲ ਤਾਂ ਸਹੀ ਆ। ਨਾ ਆਪਾਂ ਆਪਦਾ ਸਰੀਰ ਨਾਲ ਲੈ ਕੇ ਜਾ ਸਕਦੇ ਹਾਂ ਨਾ, ਰੱਬ ਤੇ ਛੱਡੋ ਹੀ ਆ, ਰੱਬ ਤੇ ਭਰੋਸਾ ਰੱਖੀਦਾ ਆ। ਬਾਕੀ ਹਾਂ ਇਹ ਆ, ਮੈਂ ਜ਼ਰੂਰ ਤੁਹਾਡਾ ਨਾ ਵੀ ਗੱਲ ਕਰਦਾ ਵੀ ਤੁਸੀਂ ਜਿੱਥੇ ਵੀ ਜਿਹੜੀ ਗੱਲ ਕੀਤੀ ਆ ਵੀ ਉਹ ਇਨਸਾਨ ਨੂੰ ਅੱਗੋਂ ਜੋ ਵੀ ਰਿਐਲਿਟੀ ਆ ਉਹਦੇ ਲਈ ਉਹਨੂੰ ਦੱਸਣਾ ਚਾਹੀਦਾ ਵੀ ਹਾਂ ਇਹ ਸੱਚ ਗੱਲ ਆ ਅਤੇ ਐਵੇਂ ਆ। ਚਲੋ ਕੋਈ ਨਹੀਂ, ਬਾਕੀ ਬਰਦਰ ਆਪਾਂ ਪਾਵਾਂਗੇ ਹੈ ਨਾ ਸਟੋਰੀ ਛੇਤੀ ਜਿੱਦਾਂ ਵੀ ਆ। ਕੋਈ ਗੱਲ ਨਹੀਂ, ਥੈਂਕ ਯੂ ਬਰਦਰ, ਕੋਈ ਚੱਕਰ ਨਹੀਂ, ਥੈਂਕ ਯੂ ਵਾਲੀ ਕੋਈ ਗੱਲ ਨਹੀਂ, ਠੀਕ ਹੈ ਜੀ, ਥੈਂਕ ਯੂ। ਮੈਂ ਭਾਈ ਕੋਈ ਆਪਣਾ ਹੀ ਹੁੰਦਾ ਜਿਹੜਾ ਨਹੀਂ ਬਰਦਰ ਕੋਈ ਨਹੀਂ, ਆਪਾਂ ਨੂੰ ਤਾਂ ਐਂ ਆ ਵੀ ਚੱਲ ਕੋਈ ਨਾ ਵੀ ਕਿਸੇ ਦਾ ਨਾ ਸੁਣ ਲਈਏ, ਕੋਈ ਚੱਕਰ ਨਹੀਂ। ਕਈ ਵਾਰੀ ਐਂ ਹੁੰਦਾ ਨਾ ਵੀ ਕੋਈ ਇਨਸਾਨ ਇਹੋ ਜਿਹੀ ਸਿਚੁਏਸ਼ਨ 'ਚ ਹੁੰਦਾ ਆ, ਸ਼ਾਇਦ ਉਹਦੇ ਕੋਲ ਗੱਲ ਕਰਨ ਵਾਲਾ ਕੋਈ ਇਨਸਾਨ ਨਹੀਂ ਹੁੰਦਾ ਜਾਂ ਉਹਨੂੰ ਦੱਸ ਨਹੀਂ ਸਕਦਾ, ਚਾਹ ਕੇ ਵੀ ਤੁਹਾਡੇ ਨੇੜੇ ਬਹੁਤ ਨੇੜੇ ਦਿਲ ਦੇ ਕਰੀਬ ਬਹੁਤ ਇਨਸਾਨ ਹੋਣਗੇ ਤਾਂ ਸ਼ਾਇਦ ਤੁਸੀਂ ਨਹੀਂ ਚਾਹੋਗੇ ਇੱਦਾਂ ਦੀ ਗੱਲਾਂ ਕਰਨੀਆਂ। ਅਤੇ ਫਿਰ ਚਲੋ ਮੈਂ ਪਹਿਲਾਂ ਮੈਂ ਕਿਹਾ ਚੱਲ ਮੈਸੇਜ ਦੀ ਬਾਈ ਹੁਣੇ ਲਿਖ ਕੇ ਭੇਜ ਦਿਓ, ਫਿਰ ਮੈਂ ਚੱਲ ਕੋਈ ਨਾ ਗੱਲ ਕਰਕੇ ਤਾਂ ਦੇਖਦੇ ਵੀ ਕੀ ਗੱਲ ਆ, ਕੋਈ ਚੱਕਰ ਨਹੀਂ ਨਾ, ਮੈਂ ਸੁਣੀਏ। ਚਲੋ ਠੀਕ ਆ, ਕੋਈ ਗੱਲ ਨਹੀਂ, ਥੈਂਕ ਯੂ ਬ੍ਰਦਰ, ਕੋਈ ਚੱਕਰ ਨਹੀਂ, ਤੁਸੀਂ ਕਾਲ ਕੀਤੀ। ਠੀਕ ਹੈ, ਥੈਂਕ ਯੂ ਜੀ, ਓਕੇ। ਹਾਂਜੀ, ਅਤੇ ਇਹ ਸੀ ਆਪਣੀ ਅੱਜ ਦੀ ਕਹਾਣੀ, ਅਤੇ ਤੁਸੀਂ ਸੁਣੀ ਲਈ ਹੋਣੀ ਪੂਰੀ ਵਾਰਤਾਲਾਪ ਕੀ ਹੋਈ, ਕੀ ਗੱਲਾਂ ਸੀ ਜਾਂ ਕੀ ਕਮੀਆਂ ਰਹੀਆਂ ਹੋਣਗੀਆਂ, ਹੈ ਨਾ। ਅਤੇ ਪਰ ਹਾਂ ਇਹ ਆ ਵੀ ਜੇ ਤੁਸੀਂ ਕਿਸੇ ਨਾਲ ਰਿਲੇਸ਼ਨਸ਼ਿਪ ਬਣਾਉਂਦੇ ਹੋ ਅਤੇ
ਪਰ ਉਸ ਤੋਂ ਬਾਅਦ ਤੁਸੀਂ ਜਦੋਂ ਉਹ ਇਨਸਾਨ ਤੁਹਾਡੇ ਲਈ ਪਰਪੱਕ ਪੂਰਾ ਹੁੰਦਾ ਆ, ਬਿਨਾਂ ਕੁਛ ਸੋਚੇ ਸਮਝੇ ਤੁਹਾਡੇ ਲਈ ਹਰ ਚੀਜ਼ ਤੁਹਾਡੀ ਪੂਰੀ ਕਰਦਾ ਆ, ਤੁਹਾਡਾ ਸਾਥ ਦਿੰਦਾ ਆ, ਫਿਰ ਤੁਸੀਂ ਉਹਦੇ ਨਾਲ ਐਵੇਂ ਝੂਠ ਕਿਉਂ ਬੋਲਦੇ ਹੋ ਨਾ। ਚਲੋ ਜੇ ਤੁਸੀਂ ਉਹ ਰਿਲੇਸ਼ਨਸ਼ਿਪ ਵਿੱਚ ਰਹਿਣਾ ਵੀ ਨਹੀਂ ਚਾਹੁੰਦੇ ਤਾਂ ਇੱਕ ਸੱਚ ਤਾਂ ਕਹਿ ਸਕਦੇ ਹੋ ਕਿ ਹਾਂ ਅਸੀਂ ਰਿਲੇਸ਼ਨਸ਼ਿਪ ਕੰਟੀਨਿਊ ਨਹੀਂ ਰੱਖ ਸਕਦੇ ਜਾਂ ਕੁਝ ਵੀ, ਹੈ ਨਾ। ਬਾਕੀ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਦੱਸਿਓ, ਮੈਨੂੰ ਉਡੀਕ ਰਹੂਗੀ। ਧੰਨਵਾਦ, ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਇੱਥੇ ਰਹੋ ਚਾਹੇ ਫੈਸਲਾਬਾਦ। ਅਤੇ ਹਾਂ, ਆਪਣੇ ਚੈਨਲ 'ਤੇ ਛੇਤੀ 100 ਸਬਸਕ੍ਰਾਈਬਰ ਪੂਰੇ ਕਰ ਦਿਓ, ਟਰੁੱਥ ਬਿਹਾਈਂਡ ਦਾ ਰੀਜ਼ਨਸ। ਅਤੇ ਜੇ ਕਿਸੇ ਨੇ ਆਪਣੀ ਹੱਡ ਬੀਤੀ ਸੁਣਾਉਣੀ ਆ ਅਤੇ ਆਪਣਾ ਫੀਡ ਇੰਸਟਾਗ੍ਰਾਮ 'ਤੇ ਅਮ੍ਰਿਤਾ ਪ੍ਰੀਤਮ ਜੀ ਫੋਲੋ ਵੀ ਕਰ ਲਿਓ ਅਤੇ ਮੈਸੇਜ ਵੀ ਕਰ ਦਿਓ, ਜ਼ਰੂਰ ਸੁਣਾਂਗੇ ਅਤੇ ਲੋਕਾਂ ਨੂੰ ਵੀ ਸੁਣਾਵਾਂਗੇ। ਧੰਨਵਾਦ।